ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਲੈ ਕਰਕੇ ਤੇ ਆਪਣੀ ਆਤਮ ਕਥਾ ਸਤਿਗੁਰੂ ਨੇ ਜਿਵੇਂ ਵਿਖਿਆਨ ਕੀਤੀ ਹੈ, ਆਓ ਜਿੰਨਾ ਸਮਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਸ਼ਰਧਾ ਪਿਆਰ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਵਿਚਿੱਤਰ ਨਾਟਕ ਦੇ ਵਿੱਚ ਉਚਾਰਨ ਕੀਤੀ ਹੋਈ ਬਾਣੀ ਦੀ ਕਥਾ ਜੋ ਹੈ ਸਰਵਣ ਕਰੀਏ ਜੀ। ਬਹੁਤ ਕਾਲ ਇਹ ਭਾਂਤ ਬਿਤਾਇਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਦਾ ਕਥਨ ਕਰਦੇ ਨੇ ਕਿ ਜਦੋਂ ਬਹੁਤ ਸਮਾਂ ਸ੍ਰਿਸ਼ਟੀ ਦੇ ਉੱਤੇ ਇਸ ਪ੍ਰਕਾਰ ਬਤੀਤ ਹੋਇਆ, ਕਿੰਨੇ ਪੀਰ ਆਏ, ਕਿੰਨੇ ਔਲੀਏ ਆਏ, ਕਿਸੇ ਨੇ ਵੀ ਪਰਮੇਸ਼ਰ ਦਾ ਨਾਮ ਦ੍ਰਿੜ ਨਾ ਕਰਵਾਇਆ। ਜਦੋਂ ਇਸ ਪ੍ਰਕਾਰ ਬਹੁਤ ਸਮਾਂ ਬਤੀਤ ਹੋ ਗਿਆ, ਜਨਮ ਸਮੇਂ ਨਾਨਕ ਕੋ ਆਇਓ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਅਵਤਾਰ ਧਾਰਨ ਦਾ ਸਮਾਂ ਆਇਆ। ਗਰੀਬ ਨਵਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਵੇਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਪਾਵਨ ਅਵਤਾਰ ਧਾਰਿਆ। ਦੋਹਰਾ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਬੇਦੀਆਂ ਦੀ ਵੰਸ਼ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਏ ਰਾਜਾ ਸਰੂਪ ਰਾਜ ਜੋਗੀ ਗਰੀਬ ਨਵਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ। ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰ ਕਰਕੇ ਸਾਰੇ ਸਿੱਖਾਂ ਨੂੰ ਸੁੱਖਾਂ ਦੀਆਂ ਦਾਤਾਂ ਵੰਡੀਆਂ। ਜਹ ਤਹ ਭਏ ਸਹਾਏ, ਜਿੱਥੇ ਕਿੱਥੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੇ ਸਹਾਇਕ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਨਸੁਖ ਵਰਗਿਆਂ ਦੇ ਜਹਾਜ਼ ਬੇੜੇ ਬੰਨੇ ਲਾਉਣ ਵਾਲੇ ਸਮੁੰਦਰ ਦੀਆਂ ਛੱਲਾਂ ਦੇ ਵਿੱਚੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਦਾ ਸਿੱਖ ਦੇ ਅੰਗ ਸੰਗ ਨੇ। ਗਰੀਬ ਨਵਾਜ ਨੇ ਰਾਜਾ ਸਰੂਪ ਹੋ ਕਰਕੇ ਧਰਤੀ ਤੇ ਅਵਤਾਰ ਧਾਰਿਆ। ਜਿੰਨੀਆਂ ਵੀ ਸ਼ਕਤੀਆਂ ਨੇ ਬ੍ਰਹਿਮੰਡ ਦੀਆਂ ਸਤਿਗੁਰੂ ਦੇ ਅਧੀਨ ਹਨ, ਇਹ ਗੁਰਤਾ ਦੇ ਅਧੀਨ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਿਆਂ ਸਰੂਪ ਹੋ ਕਰਕੇ ਧਰਤੀ ਤੇ ਅਵਤਾਰ ਧਾਰਿਆ ਤੇ ਸਿੱਖਾਂ ਨੂੰ ਸੁਖ ਵੰਡੇ। ਚੌਪਈ ਤਿੰਨ ਇਹ ਕਲਮੋ ਧਰਮ ਚਲਾਇਓ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਐਸਾ ਸਿੱਖੀ ਦਾ ਧਰਮ ਜਿਹੜਾ ਸੀ ਚਲਾਉਣਾ ਕੀਤਾ। ਸਭ ਸਾਧਨ ਕੋ ਰਾਹੋ ਬਤਾਇਓ। ਜਿਹੜੇ ਸਾਧੂ ਸੀ, ਮਹਾਤਮਾ ਸੀ, ਪਰਮੇਸ਼ਰ ਦੇ ਨਾਮ ਨੂੰ ਖੋਜਦੇ ਸਨ, ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਧਰਮ ਦਾ ਜਿਹੜਾ ਰਸਤਾ ਸੀ, ਭਗਤੀ ਦੇ ਸਹਿਤ ਪ੍ਰੇਮ ਦਾ ਜਿਹੜਾ ਮਾਰਗ ਸੀ, ਸਤਿਗੁਰੂ ਨੇ ਦੱਸਿਆ। ਜੋ ਤਾਕੇ ਮਾਰਗ ਮਹਿ ਆਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਹੜੇ ਜਿਹੜੇ ਪ੍ਰਾਣੀ ਜੀਵ ਮਾਤਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸਿੱਖੀ ਦੇ ਰਸਤੇ ਤੇ ਆ ਗਏ, ਜਿਨ੍ਹਾਂ ਨੇ ਸਿੱਖੀ ਧਾਰਨ ਕਰ ਲਈ, ਤੇ ਕਬਹੂ ਨਹੀਂ ਪਾਪ ਸੰਤਾਏ। ਉਹਨਾਂ ਨੂੰ ਕਦੇ ਵੀ ਪਾਪਾਂ ਨੇ ਤੰਗ ਨਹੀਂ ਕੀਤਾ, ਕਦੇ ਵੀ ਉਹਨਾਂ ਦੇ ਉੱਤੇ ਪਾਪਾਂ ਨੇ ਆਪਣਾ ਭਾਰੂ ਨਹੀਂ ਹੋਣਾ ਕੀਤਾ। ਪਾਪ ਜਿਹੜੇ ਸਨ ਉਹਨਾਂ ਦੇ ਹਿਰਦੇ ਵਿੱਚੋਂ ਨਸ਼ਟ ਹੋ ਗਏ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਈ। ਜਿਵੇਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਪਦਮਨੀ ਜਾਤੀ ਦੀਆਂ ਲੜਕੀਆਂ ਆਈਆਂ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਉਂ ਪਾਪ ਨਾਸ ਕਰ ਦਿੱਤੇ, ਬਚਨ ਉਚਾਰ ਕਰਕੇ ਗਾਛਹੁ ਪੁੱਤਰੀ ਰਾਜ ਕੁਆਰ ਨਾਮ ਭਣੋ ਸੱਚ ਦਾਉਤ ਸਵਾਰ। ਮਹਾਰਾਜ ਨੇ ਵਕਾਰ ਜਿਹੜੇ ਪਾਪ ਜਿਹੜੇ ਸਨ ਨਸ਼ਟ ਕਰ ਦਿੱਤੇ। ਜੇ ਜੇ ਪੰਥ ਤਵਨ ਕੇ ਪਰੇ, ਤੇ ਜਿਹੜੇ ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੇ ਰਸਤੇ ਤੇ ਪੈ ਗਏ ਪ੍ਰਾਣਾ ਧਾਰੀ ਜੀਵ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਉਹਨਾਂ ਦੇ ਜਿੰਨੇ ਵੀ ਪਾਪ ਸਨ, ਤਿੰਨੇ ਤਾਪ ਆਦੀ ਬਿਆਦੀ ਉਪਾਦੀ, ਜਿੰਨੇ ਵੀ ਇਹ ਤਾਪ ਸਨ, ਸਤਿਗੁਰੂ ਸਾਹਿਬ ਨੇ ਨਾਸ ਕਰ ਦਿੱਤੇ। ਦੁਖ ਭੂਖ ਕਬਹੂ ਨਾ ਸੰਤਾਏ। ਉਹਨਾਂ ਨੂੰ ਕਦੇ ਵੀ ਦੁੱਖ ਨੇ ਨਹੀਂ ਸਤਾਇਆ, ਕਦੇ ਉਹਨਾਂ ਨੂੰ ਭੁੱਖ ਨੇ ਨਹੀਂ ਸਤਾਇਆ। ਕੰਗਾਲ ਤਾਈ ਸਤਿਗੁਰੂ ਨੇ ਨਾਸ ਕਰ ਦਿੱਤੀ। ਜਾਲ ਕਾਲ ਕੇ ਵਿੱਚ ਨ ਆਏ। ਸੰਸਾਰ ਦੇ ਮੋਹ ਦੇ ਜਾਲ ਦੇ ਵਿੱਚ ਨਹੀਂ ਉਹ ਜੀਵ ਫਸੇ, ਉਹਨਾਂ ਨੂੰ ਕਾਲ ਜਿਹੜਾ ਸੀ ਮਾਰ ਨਹੀਂ ਸਕਿਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਮਹਾਰਾਜ ਕਹਿੰਦੇ ਇਸ ਧਰਤੀ ਦੇ ਉੱਤੇ ਨਾਮ ਰਹੇਗਾ, ਵਾਹਿਗੁਰੂ ਦਾ ਕਾਇਮ ਰਹੇਗਾ ਸਦਾ ਹੀ। ਸਾਧੂ ਮਹਾਤਮਾ ਰਹਿਣਗੇ ਤੇ ਉਸ ਵਾਹਿਗੁਰੂ ਨੂੰ ਜਿਨ੍ਹਾਂ ਨੇ ਜਪਿਆ, ਸਾਧੂ ਮਹਾਤਮਾ ਨੇ, ਉਹ ਸਦਾ ਇਸ ਧਰਤੀ ਦੇ ਉੱਤੇ ਕਾਇਮ ਰਹਿਣਗੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ, ਉਹਨਾਂ ਨੂੰ ਮੋਹ ਆਪਣੇ ਜਾਲ ਵਿੱਚ ਨਹੀਂ ਫਸਾ ਸਕਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਕਮਾਉਂਦਿਆਂ ਹੋਇਆਂ ਆਪਣੇ ਪੁੱਤਰਾਂ ਦਾ, ਆਪਣੇ ਪਰਿਵਾਰ ਦਾ ਮੋਹ ਛੱਡ ਦਿੱਤਾ। ਇੱਥੋਂ ਤੱਕ ਕਿ ਸਰੀਰ ਦੇ ਉੱਤੇ ਆਰਾ ਫਰਵਾਉਣ ਤੋਂ ਵੀ ਸਿੱਖਾਂ ਨੇ ਗੁਰੇਜ਼ ਨਹੀਂ ਕੀਤਾ, ਆਪਣੇ ਸਰੀਰ ਦਾ ਵੀ ਮੋਹ ਨਹੀਂ ਕੀਤਾ। ਉਹਨਾਂ ਨੂੰ ਕਾਲ ਜਿਹੜੀ ਸੀ ਮੌਤ ਵੀ ਮਾਰ ਨਹੀਂ ਸਕੀ। ਬਾਬਾ ਦੀਪ ਸਿੰਘ ਸਾਹਿਬ ਵਰਗੇ ਯੋਧਿਆਂ ਨੂੰ
ਨਾਨਕ ਅੰਗਦ ਕੋ ਬਪ ਧਰਾ। ਜਦੋਂ ਸਮਾਂ ਆਇਆ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਅੰਗਦ ਦੇਵ ਸਰੂਪ ਹੋ ਕਰਕੇ ਧਰਤੀ ਦੇ ਉੱਤੇ ਪ੍ਰਕਾਸ਼ ਕਰਨਾ ਕੀਤਾ। ਗੁਰੂ ਅੰਗਦ ਸਾਹਿਬ ਦਾ ਸਰੀਰ ਧਾਰਨ ਕੀਤਾ ਧਰਮ ਪ੍ਰਚੁਰ ਇਹ ਜਗ ਮੋਹ ਕਰਾ। ਤੇ ਇਹੋ ਹੀ ਸਿੱਖੀ ਦਾ ਜਿਹੜਾ ਧਰਮ ਸੀ, ਸ਼ਬਦ ਦਾ ਪ੍ਰਕਾਸ਼ ਸੀ, ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਵਿੱਚ ਪ੍ਰਕਾਸ਼ਮਾਨ ਹੋ ਕਰਕੇ ਕਰਨਾ ਕੀਤਾ। ਤਾ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਤਾਂ ਦੇ ਵਿੱਚ ਤਤ ਮਿਲਾ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚ ਆਪਣੀ ਜੋਤ ਨੂੰ ਪ੍ਰਕਾਸ਼ਮਾਨ ਕੀਤਾ, ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਰੂਪ ਵਿੱਚ ਆ ਕਰਕੇ ਇਸੇ ਤਰ੍ਹਾਂ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਆਰੰਭਿਆ। ਅਮਰਦਾਸ ਪੁਨ ਨਾਮ ਕਹਾਇਓ। ਤੇ ਫਿਰ ਤੀਸਰੇ ਥਾਂ ਦੇ ਉੱਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਨਾਮ ਕਹਾਇਆ। ਜਨ ਦੀਪਕ ਤੇ ਦੀਪ ਜਗਾਇਓ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ, ਜਿਵੇਂ ਅੱਗੇ ਦੀਵੇ ਤੋਂ ਦੀਵਾ ਜਗਾ ਦਈਦਾ ਹੈ, ਜਿਵੇਂ ਅੱਗੇ ਕੋਈ ਬੁਝਿਆ ਦੀਵਾ ਹੋਵੇ ਤੇ ਜਗੇ ਹੋਏ ਦੀਵੇ ਦੇ ਨਾਲ ਬੁਝੇ ਹੋਏ ਦੀਵੇ ਨੂੰ ਜਗਾ ਦਈਦਾ ਏ, ਇਉਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਹਿਰਦਾ ਜਿਹੜਾ ਸੀ ਜੋਤੀ ਸਰੂਪ ਬਣਿਆ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਇਹ ਗੁਰਤਾ ਦੀ ਜੋਤ ਜਗੀ। ਮਹਾਰਾਜ ਕਹਿੰਦੇ, ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗਾ ਦਈਦਾ, ਐਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਸਰੂਪ ਬਦਲੇ। ਜਬ ਵਰਦਾਨ ਸਮੈ ਬਹੁ ਆਵਾ। ਤੇ ਜਦੋਂ ਵਰਦਾਨ ਦੇਣ ਦਾ ਸਮਾਂ ਸੀ, ਜਦੋਂ ਭਾਵ ਸੋਢੀਆਂ ਨੇ ਰਾਜ ਦੇ ਕਰਕੇ ਬੇਦੀ ਬੰਸ ਨੂੰ ਆਪ ਤਿਆਗ ਅਵਸਥਾ ਨੂੰ ਧਾਰਨ ਕੀਤਾ ਸੀ, ਤੇ ਉਹ ਜਿਹੜਾ ਪੁਰਾਤਨ ਸਮਾਂ ਜਿਹੜਾ ਸੀ, ਪੁਰਾਤਨ ਸਮੇਂ ਦਾ ਜਿਹੜਾ ਵਰਦਾਨ ਦੇਣ ਦਾ ਜਦੋਂ ਸਮਾਂ ਆਇਆ, ਰਾਮਦਾਸ ਤਬ ਗੁਰੂ ਕਹਾਵਾ। ਤਦੋਂ ਸੋਢੀਆਂ ਦੀ ਬੰਸ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋ ਪ੍ਰਗਟ ਹੋਏ, ਤਿੰਨਾਂ ਨੇ ਗੁਰੂ ਕਹਾਉਣਾ ਕੀਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਰਾਮਦਾਸ ਆਪਣਾ ਨਾਮ ਰਖਾ ਕਰਕੇ ਜਗਤ ਦੇ ਵਿੱਚ ਪ੍ਰਕਾਸ਼ ਕੀਤਾ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਤੇ ਵਰਦਾਨ ਪੁਰਾਤਨ ਦੀਆ। ਉਹ ਜਿਹੜਾ ਪੁਰਾਤਨ ਕੀਤਾ ਹੋਇਆ ਵਚਨ ਸੀ ਨਾ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨ ਕੀਤਾ, ਤੇ ਵਰਦਾਨ ਜਿਹੜਾ ਸੀ ਉਹ ਸੰਪੂਰਨ ਕੀਤਾ। ਅਮਰਦਾਸ ਸੁਰਪੁਰ ਮਗ ਲੀਆ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਕੀਤੀ, ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਮਾਂ ਆਉਣ ਤੇ ਸੱਚਖੰਡ ਬਰਾਜਣਾ ਕੀਤਾ। ਸ੍ਰੀ ਨਾਨਕ ਅੰਗਦ ਕਰ ਮਾਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਸਰੂਪ ਕਰਕੇ ਮੰਨਿਆ। ਅਮਰਦਾਸ ਅੰਗਦ ਪਹਿਚਾਨਾ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਸਰੂਪ ਕਰਕੇ ਜਾਣਿਆ। ਅਮਰਦਾਸ ਰਾਮਦਾਸ ਕਹਾਇਓ। ਇਹੋ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਆਪਣਾ ਨਾਮ ਕਹਾਉਣਾ ਕੀਤਾ। ਜੋਤ 오ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਾਇਆ ਦਾ ਚੋਲਾ ਬਦਲਿਆ। ਆਪਣੇ ਨਾਮ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਦਲ ਕਰਕੇ ਧਰਤੀ ਤੇ ਪ੍ਰਕਾਸ਼ ਕੀਤਾ। ਸਾਧਨ ਲਖਾ ਮੂੜ ਨਹਿ ਪਾਇਓ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਗੱਲ ਨੂੰ ਸਾਧੂ ਮਹਾਤਮਾ ਨੇ ਗੁਰਸਿੱਖਾਂ ਨੇ ਜਾਣਿਆ, ਮੂਰਖਾਂ ਨੂੰ ਇਹ ਗੱਲ ਨਹੀਂ ਪਤਾ ਲੱਗੀ। ਮੂੜ ਦਾ ਅਰਥ ਹੈ ਮੂਰਖ। ਮਹਾਰਾਜ ਕਹਿੰਦੇ ਮੂਰਖ ਜਿਹੜੇ ਨੇ ਗੁਰੂ ਨਾਨਕ ਸਾਹਿਬ ਨੂੰ ਬੇਦੀ ਕਹਿੰਦੇ ਨੇ, ਤੇ ਗੁਰੂ ਅੰਗਦ ਸਾਹਿਬ ਨੂੰ ਜੱਟ ਕਹਿੰਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਭੱਲਿਆਂ ਦੀ ਕੁੱਲ ਦੇ ਕਰਕੇ ਜਾਣਦੇ ਹਨ, ਤੇ ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਸੋਢੀ ਵੰਸ਼ ਦਾ ਕਰਕੇ ਕਹਿੰਦੇ ਨੇ, ਵੱਖਰਾ ਵੱਖਰਾ ਕਰਕੇ ਜਾਣਦੇ ਨੇ ਕਿ ਇੱਕ ਸਰੂਪ ਨਹੀਂ ਹੋਏ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਗੱਲ ਦਾ ਜਿਹੜਾ ਹੈ ਆਤਮਿਕ ਭੇਦ ਜਿਹੜਾ ਸਾਧੂ ਮਹਾਤਮਾ ਨੂੰ ਗੁਰਸਿੱਖਾਂ ਨੂੰ ਪਤਾ ਲੱਗਾ ਹੈ, ਮੂਰਖਾਂ ਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ। ਭਿੰਨ ਭਿੰਨ ਸਭ ਹੂੰ ਕਰ ਜਾਨਾ। ਜਿੰਨੇ ਵੀ ਸੰਸਾਰ ਦੇ ਲੋਕ ਹੋਏ ਨੇ, ਮਹਾਰਾਜ ਕਹਿੰਦੇ ਸਾਰਿਆਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ ਜੋਤਾਂ ਨੂੰ ਭਿੰਨ ਭਿੰਨ ਕਰਕੇ ਜਾਣਿਆ, ਵੱਖਰਾ ਵੱਖਰਾ ਕਰਕੇ ਜਾਣਿਆ। ਏਕ ਰੂਪ ਕੈਨਹੂ ਪਹਿਚਾਨਾ। ਤੇ ਕਿਸੇ ਵਿਰਲੇ ਗੁਰਮੁਖ ਨੇ ਹੀ ਸਤਿਗੁਰੂ ਮਹਾਰਾਜ ਸਾਹਿਬ ਨੂੰ ਇੱਕ ਸਰੂਪ ਕਰਕੇ ਜਾਣਿਆ ਕਿ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਇੱਕੋ ਹੀ ਸਰੂਪ ਹੋ ਤੇ ਦਸਾਂ ਪਾਤਸ਼ਾਹੀਆਂ ਤੱਕ ਇੱਕੋ ਜੋਤ ਵਰਤੀ। ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਦਸੇ ਪਾਤਸ਼ਾਹੀਆਂ ਦੀ ਪਾਵਨ ਜੋਤ ਪ੍ਰਕਾਸ਼ ਰਹੀ ਹੈ। ਸਤਿਗੁਰੂ ਕਹਿੰਦੇ ਇਹ ਗੱਲ ਸ਼ਰਧਾਵਾਨ ਨੂੰ ਪਤਾ ਲੱਗੀ ਹੈ, ਗੁਰਸਿੱਖਾਂ ਨੂੰ ਪਤਾ ਲੱਗੀ ਹੈ। ਉਹ ਮਨਮੁਖ ਲੋਕ ਜਿਨ੍ਹਾਂ ਨੇ ਚੁੰਝ ਗਿਆਨ ਧਾਰਨ ਕੀਤਾ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਸਕਦਾ ਗੂੜ ਭੇਦ ਦਾ। ਜਿਨ ਜਾਨਾ ਤਿਨ ਹੀ ਸਿੱਧ ਪਾਈ। ਮਹਾਰਾਜ ਕਹਿੰਦੇ ਜਿਸ ਨੇ ਇਸ ਗੱਲ ਨੂੰ ਜਾਣ ਲਿਆ, ਉਸ ਨੂੰ ਹੀ ਮੁਕਤੀ ਪ੍ਰਾਪਤ
ਪ੍ਰਾਪਤ ਹੋਈ, ਜਿਨ੍ਹਾਂ ਇਹ ਸਮਝ ਲਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕੋ ਜੋਤ ਹਨ। ਬਿਨ ਸਮਝੇ ਸਿੱਧ ਹਾਥ ਨ ਆਈ। ਤੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ, ਉਹਨਾਂ ਦੇ ਹੱਥ ਦੇ ਵਿੱਚ ਸਿੱਧ ਮੁਕਤੀ ਨਹੀਂ ਆਈ। ਉਹ 84 ਲੱਖ ਦੀ ਜੂਨਾਂ ਦੇ ਵਿੱਚ ਭਟਕਦੇ ਰਹੇ। ਰਾਮਦਾਸ ਹਰ ਸੈ ਮਿਲ ਤੇ ਗਏ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ, ਪਰਮੇਸ਼ਰ ਦੇ ਸਰੂਪ ਦੇ ਵਿੱਚ ਅਭੇਦ ਹੋ ਗਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਅੱਜ ਵੀ ਸਤਿਗੁਰੂ ਦੇ ਸਰੂਪ ਨੂੰ ਵੱਖਰਾ ਵੱਖਰਾ ਕਰਕੇ ਜਾਣਿਆ ਕਿ ਅਸੀਂ ਤੇ ਪੰਜਵੇਂ ਪਾਤਸ਼ਾਹ ਤੱਕ ਗੁਰੂ ਮੰਨਦੇ ਹਾਂ, ਛੇਵੇਂ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਦੇ ਕਿਉਂਕਿ ਉਹਨਾਂ ਜੰਗਾਂ ਕੀਤੀਆਂ ਨੇ। ਅੱਗੇ ਅਸੀਂ ਗੁਰੂ ਕਲਗੀਧਰ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਕਿਉਂਕਿ ਉਹਨਾਂ ਨੇ ਜੰਗਾਂ ਕੀਤੀਆਂ ਹਨ। ਤੇ ਸਾਧ ਸੰਗਤ ਸਤਿਗੁਰੂ ਪ੍ਰਤੱਖ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ 10 ਪਾਤਸ਼ਾਹੀਆਂ ਦੇ ਸਰੂਪ ਦੇ ਵਿੱਚ ਫਰਕ ਸਮਝਿਆ, ਅੰਤਰ ਸਮਝਿਆ ਹੈ, ਉਹਨਾਂ ਨੂੰ ਕਦੇ ਮੁਕਤੀ ਨਹੀਂ ਪ੍ਰਾਪਤ ਹੋਵੇਗੀ ਤੇ 84 ਲੱਖ ਦੀ ਜੂਨ ਦੇ ਵਿੱਚ ਭਟਕਣਾ ਪਵੇਗਾ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਸਮਾਂ ਆਉਣ ਤੋਂ ਸੱਚਖੰਡ ਜਾ ਬਰਾਜੇ। ਗੁਰਤਾ ਦੇਤ ਅਰਜਨ ਹੈ ਭਏ। ਗੁਰਤਾ ਗੱਦੀ ਆਪਣੇ ਸੁਪੁੱਤਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ। ਜਬ ਅਰਜਨ ਪ੍ਰਭ ਲੋਕ ਸਿਧਾਏ। ਤੇ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਤੀ ਤਵੀ ਤੇ ਚੌਂਕੜਾ ਲਾ ਕਰਕੇ ਸੱਚਖੰਡ ਜਾ ਬਰਾਜੇ। ਹਰਿ ਗੋਬਿੰਦ ਤਿਹ ਠਾਂ ਠਹਿਰਾਏ। ਤੇ ਇਸ ਸਮੇਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਇਸ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਤੇ ਸਤਿਗੁਰੂ ਮਹਾਰਾਜ ਨੇ ਜ਼ੁਲਮ ਦਾ ਨਾਸ਼ ਕਰਕੇ ਧਰਮ ਦਾ ਪ੍ਰਕਾਸ਼ ਕੀਤਾ ਧਰਤੀ ਤੇ। ਹਰਿ ਗੋਬਿੰਦ ਪ੍ਰਭ ਲੋਕ ਸਿਧਾਰੇ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੱਚਖੰਡ ਬਰਾਜੇ। ਹਰਿ ਰਾਏ ਤਿਹ ਠਾਂ ਬੈਠਾਰੇ। ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਸੁਪੁੱਤਰ ਸਤਿਗੁਰੂ ਹਰਿ ਰਾਏ ਸਾਹਿਬ ਜੀ ਨੂੰ ਆਪਣੇ ਥਾਂ ਤੇ ਬਿਠਾ ਕਰਕੇ ਗੁਰਤਾ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਜੇਠੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਸਨ ਧੀਰਮਲ, ਤੇ ਧੀਰਮਲ ਤੋਂ ਛੋਟੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਸਨ। ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਪੋਤਰੇ ਸ੍ਰੀ ਹਰਿ ਰਾਏ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ। ਤੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੇ ਛੋਟੇ ਸੁਪੁੱਤਰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਪ੍ਰਗਟ ਹੋਏ। ਤਿਨ ਕੇ ਤਿਨ ਤੇ ਤੇਗ ਬਹਾਦਰ ਭਏ। ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਤੋਂ ਉਪਰੰਤ ਗੁਰਤਾ ਗੱਦੀ ਜਿਹੜੀ ਸੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਹੋਇਆ ਸੀ। ਤਿੰਨਾਂ ਨੂੰ ਗੁਰਤਾ ਗੱਦੀ ਜਿਹੜੀ ਸੀ ਤੇ ਸਮੇਂ ਪ੍ਰਾਪਤ ਹੋਈ। ਜਿਹੜੇ ਮੂਰਖ ਇਹ ਵੀ ਕਹਿ ਦਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਗੁਰਤਾ ਦੇ ਯੋਗ ਨਹੀਂ ਸਨ, ਸਤਿਗੁਰੂ ਮਹਾਰਾਜ ਨੂੰ ਉਦੋਂ ਗੁਰਤਾ ਗੱਦੀ ਨਹੀਂ ਸੀ ਮਿਲ ਸਕਦੀ। ਨਹੀਂ, ਸਤਿਗੁਰੂ ਉਦੋਂ ਵੀ ਯੋਗ ਸਨ। ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ ਤੇ ਦਾਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੋ ਬਾਲਕ ਸਰੂਪ ਨੇ ਲੈ ਕਰਕੇ ਆਈ ਹੈ, ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਤਿੰਨ ਨੇ ਆਪਣੀ ਗੋਦੀ ਦੇ ਵਿੱਚ ਚੱਕਿਆ। ਤੇ ਜਦੋਂ ਸਤਿਗੁਰੂ ਮਹਾਰਾਜ ਦੇ ਕੋਲੋਂ ਕੁਝ ਸਮਾਂ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗੋਦੀ ਵਿੱਚ ਰਹੇ ਨੇ, ਦਾਸੀ ਦੁਬਾਰਾ ਚੁੱਕਣ ਲੱਗੀ ਹੈ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੋ ਬਾਲਕ ਸਰੂਪ ਨੇ ਕੁਝ ਦਿਨਾਂ ਦੀ ਆਜੂ ਹੈ, ਪਿਤਾ ਸਤਿਗੁਰੂ ਜੀ ਦੇ ਗਾਤਰੇ ਮੀਰੀ ਪੀਰੀ ਦੀਆਂ ਪਈਆਂ ਹੋਈਆਂ ਸ੍ਰੀ ਸਾਹਿਬਾਂ ਦੇ ਮੁੱਠਿਆਂ ਨੂੰ ਹੱਥ ਪਾ ਲਿਆ। ਦਾਸੀ ਛਡਾਉਣਾ ਚਾਹੁੰਦੀ ਹੈ ਪਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਲਕ ਸਰੂਪ ਦੇ ਵਿੱਚ ਛੱਡ ਨਹੀਂ ਰਹੇ। ਛੇਵੇਂ ਪਾਤਸ਼ਾਹ ਮਹਾਰਾਜ ਇਸ ਕੌਤਕ ਨੂੰ ਤੱਕ ਕਰਕੇ ਹੈਰਾਨ ਹੋਏ ਤੇ ਮੁਖ ਤੋਂ ਬਚਨ ਕੀਤਾ ਕਿ ਆਪਣੇ ਨਾਮ ਨੂੰ ਇਹ ਬਚਪਨ ਤੋਂ ਹੀ ਪ੍ਰਗਟ ਕਰ ਰਹੇ ਹਨ। ਸਤਿਗੁਰੂ ਨੇ ਆਪਣੀ ਰਸਨਾ ਤੋਂ ਨਾਮ ਰੱਖਿਆ ਸੀ, ਇਹਨਾਂ ਦਾ ਨਾਮ ਤੇਗ ਬਹਾਦਰ ਹੋਵੇਗਾ। ਨਾਵੇਂ ਥਾਂ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਬਣ ਕੇ ਧਰਤੀ ਤੇ ਉੱਤੇ ਪ੍ਰਕਾਸ਼ ਕਰਨਗੇ। ਇਹ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਪਹਿਲਾਂ ਹੀ ਬਚਨ ਕਹਿ ਦਿੱਤੇ ਸਨ, ਇਸ ਕਰਕੇ ਮੂਰਖਾਂ ਦੀ ਇਹ ਗੱਲ ਦਾ ਵੀ ਖੰਡਨ ਹੁੰਦਾ ਹੈ। ਤਿਲਕ ਜੰਨੂ ਰਾਖਾ ਪ੍ਰਭ ਤਾਕਾ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਕਲਮ ਦੇ ਨਾਲ ਲਿਖਿਆ ਹੈ, ਜਿਹੜੇ ਲੋਕ ਇਹ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਨਿੱਜੀ ਪ੍ਰਯੋਜਨ ਸੀ ਕੋਈ ਸ਼ਹੀਦੀ ਦੇਣ ਦਾ, ਸਤਿਗੁਰੂ ਨੇ ਇੱਥੇ ਪ੍ਰਤੱਖ ਲਿਖ ਦਿੱਤਾ ਹੈ ਕਿ ਤਿਲਕ ਜੰਨੂ ਰਾਖਾ ਪ੍ਰਭ ਤਾਕਾ। ਮੱਥੇ ਤੇ ਜੋ ਹਿੰਦੂ ਵੀਰ ਤਿਲਕ ਲਾਉਂਦੇ ਨੇ ਤੇ ਆਪਣੇ ਗਾਤਰੇ ਜੋ ਜੰਜੂ ਪਹਿਨਦੇ ਨੇ, ਮਹਾਰਾਜ ਗੁਰੂ ਕਲਗੀਧਰ ਸਾਹਿਬ ਕਹਿੰਦੇ ਪ੍ਰਭੂ ਸਰੂਪ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ। ਤੀਨੋਂ ਵੱਡੋ ਕਲੂ ਮਹਿ ਸਾਕਾ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਕਾ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕੀਤਾ। ਕਿਉਂ ਮਹਾਰਾਜ ਸਾਹਿਬ ਨੇ ਵੱਡਾ ਸਾਕਾ ਕਿਹਾ ਹੈ? ਕਿਉਂਕਿ ਆਪਣੇ ਧਰਮ ਦੇ ਵਾਸਤੇ ਹਰ ਕੋਈ ਬਲੀਦਾਨ ਦਿੰਦਾ ਹੈ।
ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਹਿੰਦੂ ਕੌਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਹੈ। ਸਾਧ ਸੰਗਤ, ਹਿੰਦੂ ਲੋਕ, ਹਿੰਦੂ ਵੀਰ ਮੱਥੇ ਤੇ ਤਿਲਕ ਲਾਉਂਦੇ ਨੇ ਕੇਸਰ ਦਾ, ਮਤਾ ਸਮਝਣ ਕਿ ਇਹ ਕੇਸਰ ਦਾ ਰੰਗ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਹੈ। ਜੋ ਆਪਣੇ ਗਾਤਰੇ ਡੋਰੀ ਪਹਿਨਦੇ ਨੇ ਜਨੇਊ ਦੀ, ਇਹ ਸਤਿਗੁਰੂ ਸਾਹਿਬ ਦੇ ਸਵਾਸਾਂ ਦੀ ਡੋਰੀ ਹੈ। ਜੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਣਾ ਬਲੀਦਾਨ ਨਾ ਦਿੰਦੇ ਤੇ ਕਦੇ ਕੋਈ ਮੱਥੇ ਤੇ ਤਿਲਕ ਨਾ ਲਾਉਂਦਾ, ਕਦੇ ਕੋਈ ਜਨੇਊ ਨਾ ਪਹਿਨ ਸਕਦਾ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਪਿਤਾ ਸਤਿਗੁਰੂ ਨੇ ਕਲਯੁਗ ਦੇ ਵਿੱਚ ਇਹ ਵੱਡਾ ਸਾਕਾ ਵਰਤਾਇਆ ਆਪਣਾ ਬਲੀਦਾਨ ਦੇ ਕੇ। ਸਾਧਨ ਹੇਤ ਇਤੀ ਜਨ ਕਰੀ। ਸਾਧੂ ਮਹਾਤਮਾ ਨੂੰ ਧਰਤੀ ਦੇ ਉੱਤੇ ਸਥਿਰ ਰੱਖਣ ਵਾਸਤੇ, ਧਰਮ ਨੂੰ ਕਾਇਮ ਰੱਖਣ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਬਲੀਦਾਨ ਦੀ ਹੱਦ ਕਰ ਦਿੱਤੀ, ਇਤੀ ਦੇ ਹੱਦ ਮੁਕਾ ਦਿੱਤੀ। ਸੀਸ ਦਿਆ ਪਰ ਸੀ ਨਾ ਉਚਰੀ। ਮਹਾਰਾਜ ਸਾਹਿਬ ਨੇ ਆਪਣਾ ਸੀਸ ਤੇ ਬਲੀਦਾਨ ਦੇ ਦਿੱਤਾ, ਪਰ ਮੁਖ ਤੋਂ ਸੀ ਨਾ ਉਚਾਰਨ ਕੀਤੀ। ਧਰਮ ਹੇਤ ਸਾਕਾ ਜਨ ਕੀਆ। ਧਰਮ ਨੂੰ ਬਚਾਉਣ ਵਾਸਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇਹ ਸ਼ਹੀਦੀ ਸਾਕਾ ਵਰਤਾਇਆ। ਸੀਸ ਦਿਆ ਪਰ ਸਿਰ ਨ ਦਿਆ। ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਤੇ ਬਲੀਦਾਨ ਦੇ ਦਿੱਤਾ, ਪਰ ਆਪਣੀ ਪ੍ਰਤੱਗਿਆ ਜਿਹੜੀ ਸੀ ਨਹੀਂ ਛੱਡੀ। ਪ੍ਰਤੱਗਿਆ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਜਦੋਂ ਕਸ਼ਮੀਰੀ ਪੰਡਤਾਂ ਨੇ ਮੂੰਹ ਵਿੱਚ ਘਾਹ ਲੈ ਕਰਕੇ ਤੇ ਸਿਰਾਂ ਤੇ ਪੱਗਾਂ ਲਾ ਕਰਕੇ ਸਤਿਗੁਰੂ ਦੀ ਸ਼ਰਨ ਪਕੜੀ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਕੋਲ ਘਗਿਆ ਕੇ ਬੇਨਤੀ ਕੀਤੀ, ਮਹਾਰਾਜ ਸਾਡੇ ਧਰਮ ਨੂੰ ਬਚਾਵੋ, ਸਾਡੀ ਰੱਖਿਆ ਕਰੋ। ਅਮਰਨਾਥ ਦੇ ਵਿੱਚ ਕਿੰਨਾ ਸਮਾਂ ਭੁੱਖਿਆਂ ਰਹਿ ਕਰਕੇ ਜਦੋਂ ਇਹਨਾਂ ਨੇ ਤਪੱਸਿਆ ਕੀਤੀ ਸੀ, ਆਕਾਸ਼ਵਾਣੀ ਹੋਈ ਸੀ ਕਿ ਇਹ ਪੰਡਤੋ, ਹਿੰਦੂ ਧਰਮ ਦੀ ਰੱਖਿਆ ਸੰਸਾਰ ਦੇ ਵਿੱਚ ਹੁਣ ਕੋਈ ਦੇਵੀ ਦੇਵਤਾ ਨਹੀਂ ਕਰ ਸਕਦਾ। ਜੇ ਤੁਸੀਂ ਆਪਣੀ ਧਰਮ ਦੀ ਰੱਖਿਆ ਚਾਹੁੰਦੇ ਹੋ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਨਾਮੀ ਜੋਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਵਿੱਚ ਬਰਾਜ ਰਹੇ ਨੇ, ਜਾਓ ਉਹਨਾਂ ਦੀ ਜਾ ਕਰਕੇ ਸ਼ਰਨ ਪੈ ਜਾਵੋ, ਤੁਹਾਡੇ ਧਰਮ ਦੀ ਰੱਖਿਆ ਹੋਵੇਗੀ। ਜੇ ਉਹਨਾਂ ਨੇ ਤੁਹਾਡੀ ਬਾਹ ਫੜ ਲਈ ਤੇ ਕਦੇ ਛੱਡਣਗੇ ਨਹੀਂ, ਭਾਵੇਂ ਆਪਣਾ ਸੀਸ ਬਲੀਦਾਨ ਦੇ ਦੇਣ। ਇਹ ਆਕਾਸ਼ਵਾਣੀ ਸੁਣ ਕਰਕੇ ਜਿੰਨੇ ਕਸ਼ਮੀਰੀ ਪੰਡਤ ਸਨ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਨੰਦਪੁਰ ਸਾਹਿਬ ਪਹੁੰਚੇ ਸਨ। ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲ ਭੋਰਾ ਸਾਹਿਬ ਦੇ ਲਾਗੇ ਉਹ ਥੜਾ ਸਾਹਿਬ ਹੁਣ ਗੁਰਦੁਆਰਾ ਸਾਹਿਬ ਬਣ ਚੁੱਕਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਸਣ ਵਿਛਾ ਕਰਕੇ ਪਲੰਘੇ ਤੇ ਬੈਠੇ ਹੋਏ ਸਨ। ਜਦੋਂ ਮਹਾਰਾਜ ਦੀ ਸ਼ਰਨ ਫੜੀ ਹੈ, ਦੁਹਾਈ ਦਿੱਤੀ, ਗਰੀਬ ਨਵਾਜ਼ ਅਸੀਂ ਗਰੀਬ ਮਾਰੇ ਗਏ, ਸਾਡੇ ਧਰਮ ਨੂੰ ਨਸ਼ਟ ਕੀਤਾ ਜਾ ਰਿਹਾ, ਜਨੇਊ ਔਰੰਗਜ਼ੇਬ ਲਾ ਰਿਹਾ, ਤਿਲਕ ਲਾਉਣ ਦੀ ਮਨਾਹੀ ਕੀਤੀ ਹੋਈ ਹੈ, ਵੱਡੇ ਵੱਡੇ ਮੰਦਿਰ ਢਾਏ ਜਾ ਰਹੇ ਨੇ, ਸਤਿਗੁਰੂ ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ। ਤੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਆਜੂ ਉਸ ਸਮੇਂ 9 ਸਾਲ ਦੀ ਹੈ, ਜਦੋਂ ਪੰਡਤਾਂ ਨੇ ਆਪਣੀ ਇਹ ਬੇਨਤੀ ਸੁਣਾਈ ਤੇ ਸਤਿਗੁਰੂ ਚੁੱਪ ਨੇ, ਗੰਭੀਰ ਨੇ, ਕੋਈ ਜਵਾਬ ਨਹੀਂ ਦਿੱਤਾ। ਉੱਤਰ ਦੇ ਵਿੱਚ ਖੇਡਦੇ ਹੋਏ ਸਤਿਗੁਰੂ ਮਹਾਰਾਜ ਵਿਚਰਦੇ ਹੋਏ ਬਾਹਰੋਂ ਆਏ। ਗੁਰੂ ਕਲਗੀਧਰ ਸਾਹਿਬ 9 ਸਾਲ ਦੀ ਆਜੂ, ਪੁੱਛਿਆ, ਪਿਤਾ ਸਤਿਗੁਰੂ ਜੀ, ਦੀਵਾਨ ਦੇ ਵਿੱਚ ਸ਼ਨਾਟਾ ਕਿਉਂ ਛਾਇਆ ਹੋਇਆ ਹੈ? ਇਹ ਕੌਣ ਲੋਕ ਨੇ ਜਿਨ੍ਹਾਂ ਦੇ ਬਸਤਰ ਪਾਟੇ ਹੋਏ ਨੇ? ਇਹਨਾਂ ਬਹੁਤ ਜ਼ਿਆਦੀ ਦਿਲਤਾਂ ਵਰਗੀ ਹਾਲਤ ਹੈ, ਸਤਿਗੁਰੂ ਇਹ ਕੌਣ ਲੋਕ ਨੇ? ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਲਾਲ ਜੀ, ਇਹ ਕਸ਼ਮੀਰੀ ਪੰਡਤ ਨੇ, ਔਰੰਗਜ਼ੇਬ ਬਾਦਸ਼ਾਹ ਇਹਨਾਂ ਦੇ ਧਰਮ ਨੂੰ ਨਸ਼ਟ ਕਰ ਰਿਹਾ ਹੈ ਤੇ ਇਹ ਆਪਣੇ ਧਰਮ ਦੀ ਰਾਖੀ ਵਾਸਤੇ ਸਾਡੀ ਸ਼ਰਨ ਦੇ ਵਿੱਚ ਆਏ ਨੇ। ਤੇ ਸਤਿਗੁਰੂ ਕਲਗੀਧਰ ਸਾਹਿਬ ਪੁੱਛਣ ਲੱਗੇ, ਪਿਤਾ ਸਤਿਗੁਰੂ ਜੀ, ਆਪ ਜੀ ਨੇ ਇਹਨਾਂ ਦੀ ਧਰਮ ਦੀ ਰਾਖੀ ਕਰਨ ਦੀ ਕੀ ਵਿਉਂਤ ਬਣਾਈ ਹੈ? ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਲਾਲ ਜੀ, ਅੱਜ ਕੋਈ ਵੱਡਾ ਹੀ ਮਹਾਂਪੁਰਖ ਹੋਵੇ, ਆਪਣਾ ਸੀਸ ਬਲੀਦਾਨ ਦੇਵੇ ਤਾਂ ਹਿੰਦੂ ਧਰਮ ਦੀ ਰੱਖਿਆ ਹੋ ਸਕਦੀ ਹੈ, ਨਹੀਂ ਤੇ ਨਹੀਂ ਹੋ ਸਕਦੀ। ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਸੀ, ਪਿਤਾ ਜੀ, ਜੇ ਹੁਕਮ ਹੋਵੇ ਤੇ ਆਪਣੀ ਰਾਏ ਦਈਏ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਹਾਂ ਲਾਲ ਜੀ, ਆਪਣੀ ਰਾਏ ਦਿਓ। ਤੇ ਸਤਿਗੁਰੂ ਕਲਗੀਧਰ ਸਾਹਿਬ ਨੇ ਕਿਹਾ ਸੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਐ ਪਿਤਾ ਸਤਿਗੁਰੂ, ਗੁਰੂ ਨਾਨਕ ਦੇਵ ਸਾਹਿਬ ਤੋਂ ਵੱਡਾ ਕੋਈ ਮਹਾਂਪੁਰਖ ਨਹੀਂ, ਪੂਰਨ ਗੁਰੂ ਕੋਈ ਨਹੀਂ ਹੋਰ। ਤੇ ਆਪ ਗੁਰੂ ਨਾਨਕ ਸਾਹਿਬ ਦੀ ਨਾਮੀ ਜੋਤ, ਕਿਰਪਾ ਕਰਕੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦੇ ਦੇਵੋ, ਅਸੀਂ ਭਾਵੇਂ ਯਤੀਮ ਕਿਉਂ ਨਾ ਰਹਿ ਜਾਈਏ। ਇਹ 9 ਸਾਲ ਦੀ ਆਜੂ ਵਿੱਚ ਸਤਿਗੁਰੂ ਕਲਗੀਧਰ ਸਾਹਿਬ ਨੇ ਬਚਨ ਕਹੇ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਤੇ ਇਸ ਸਮੇਂ ਜਿਹੜੀ ਪ੍ਰਤੱਗਿਆ ਕੀਤੀ ਸੀ, ਮਹਾਰਾਜ ਸਾਹਿਬ ਨੇ ਆਪਣੀ ਪ੍ਰਤੱਗਿਆ ਨਿਭਾਈ, ਸੀਸ ਭਾਵੇਂ ਬਲੀਦਾਨ ਦੇ ਦਿੱਤਾ। ਕੀ ਪ੍ਰਤੱਗਿਆ ਕੀਤੀ ਸੀ? ਮਹਾਰਾਜ ਨੇ ਕਿਹਾ ਸੀ, ਜਾਓ ਪੰਡਤੋ, ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ ਕਿ ਜੇ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣਨਾ ਕਬੂਲ ਕਰ ਜਾਣ ਤੇ ਅਸੀਂ ਸਾਰੀ ਹਿੰਦੂ ਕੌਮ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਇਹ ਬਚਨ ਕਹਿ ਕਰਕੇ ਪ੍ਰਤੱਗਿਆ ਕਰਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਜਿਸ ਦਿਨ ਸਤਿਗੁਰੂ ਜੀ ਨੇ ਦਿੱਲੀ ਦੇ ਵਿੱਚ ਬਲੀਦਾਨ ਦੇ ਦਿੱਤਾ ਸੀ, ਉਸ ਤੋਂ ਉਪਰੰਤ ਇੱਕ ਵੀ ਹਿੰਦੂ ਦਾ ਜਨੇਊ ਨਹੀਂ ਸੀ ਉਤਾਰਿਆ ਗਿਆ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਸਤਿਗੁਰੂ ਨੇ ਸੀਸ ਤੇ ਦੇ ਦਿੱਤਾ ਪਰ ਆਪਣੀ ਪ੍ਰਤੱਗਿਆ ਨਹੀਂ ਛੱਡੀ। ਨਾਟਕ ਚੇਟਕ ਕੀਏ ਕੋ ਕਾਜਾ। ਔਰੰਗਜ਼ੇਬ ਬਾਦਸ਼ਾਹ ਭਾਵੇਂ ਸਤਿਗੁਰੂ ਜੀ ਦੇ ਆਣ ਕੇ ਕੋਲ ਜਦੋਂ ਤਿੰਨਾਂ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਹੈ ਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਸੀ, ਮਹਾਰਾਜ ਮੈਂ ਆਪ ਨੂੰ ਸ਼ਹੀਦ ਨਹੀਂ ਕਰਨਾ ਚਾਹੁੰਦਾ, ਮੈਂ ਚੰਗੀ ਤਰ੍ਹਾਂ ਜਾਣਦਾ ਕਿ ਆਪ ਤਿਲਕ ਨਹੀਂ ਲਾਉਂਦੇ, ਆਪ ਜੰਝੂ ਨਹੀਂ ਪਹਿਨਦੇ, ਮੂਰਤੀਆਂ ਦੇ ਉਪਾਸ਼ਕ ਨਹੀਂ ਹੋ, ਆਪ ਦਾ ਵੱਖਰਾ ਧਰਮ ਹੈ, ਸਿੱਖ ਧਰਮ ਹੈ, ਪਰ ਮਹਾਰਾਜ ਇਸ ਤਿਲਕ ਤੇ ਜੰਝੂ ਦੇ ਦਾਅਵੇਦਾਰ ਕਿਉਂ ਬਣੇ ਬੈਠੇ ਹੋ। ਸਤਿਗੁਰੂ ਕਹਿੰਦੇ ਐ ਔਰੰਗਜ਼ੇਬ ਬਾਦਸ਼ਾਹ, ਦੇਵਨੀਅਤ ਦੇ ਨਾਲ ਜੇ ਹਿੰਦੁਸਤਾਨ ਦੀ ਰਾਜਸੀ ਸੱਤਾ ਹਿੰਦੂਆਂ ਦੇ ਹੱਥ ਵਿੱਚ ਹੁੰਦੀ ਤੇ ਹਿੰਦੂ ਮੁਸਲਮਾਨ ਧਰਮ ਨੂੰ ਨਸ਼ਟ ਕਰ ਰਹੇ ਹੁੰਦੇ, ਅਸੀਂ ਮੁਸਲਮਾਨ ਧਰਮ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦੇ ਦੇਣਾ ਸੀ। ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਹਾਂ, ਅਸੀਂ ਜ਼ੁਲਮ ਦੇ ਵਿਰੁੱਧ ਹਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਸੀ, ਮਹਾਰਾਜ ਮੈਂ ਆਪ ਨੂੰ ਸ਼ਹੀਦ ਨਹੀਂ ਕਰਨਾ ਚਾਹੁੰਦਾ ਤੇ ਕਿਰਪਾ ਕਰਕੇ ਮੈਨੂੰ ਕੋਈ ਕਰਾਮਾਤ ਵਿਖਾ ਦਿਓ, ਸ਼ਕਤੀ ਵਿਖਾ ਦਿਓ, ਆਪ ਦੀ ਜਾਨ ਬਖਸ਼ ਦਿੱਤੀ ਜਾਵੇਗੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਔਰੰਗਜ਼ੇਬ ਬਾਦਸ਼ਾਹ ਆਪਣੀ ਜਾਨ ਬਚਾਉਣ ਵਾਸਤੇ ਕਦੇ ਕਰਾਮਾਤ ਨਹੀਂ ਵਿਖਾਵਾਂਗੇ। ਸਤਿਗੁਰੂ ਨੇ ਬਚਨ ਕੀਤੇ, ਨਾਟਕ ਚੇਟਕ ਕੀਏ ਕੁਕਾਜਾ। ਮਹਾਰਾਜ ਕਹਿੰਦੇ ਇਹ ਜਿਹੜੇ ਰਿੱਧੀਆਂ ਸਿੱਧੀਆਂ ਨੇ, ਸ਼ਕਤੀਆਂ ਵਿਖਾਉਣੀਆਂ ਨੇ, ਨਾਟਕ ਚੇਟਕ ਹਨ ਤੇ ਕੁਕਾਜਾ ਖੋਟੇ ਕੰਮ ਹਨ। ਪ੍ਰਭ ਲੋਗਨ ਕਹਿ ਆਵਤ ਲਾਜਾ। ਮਹਾਰਾਜ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਪ੍ਰਭੂ ਦੇ ਪਿਆਰਿਆਂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ, ਸ਼ਰਮ ਆਉਂਦੀ ਹੈ, ਸ਼ਕਤੀ ਨਹੀਂ ਵਿਖਾਉਂਦੇ। ਕਿਉਂ ਨਹੀਂ ਵਿਖਾਉਂਦੇ? ਕਿਉਂਕਿ ਉਹਨਾਂ ਨੂੰ ਹਰ ਥਾਂ ਤੇ ਪਰਮੇਸ਼ਰ ਦਿਸਦਾ ਹੈ, ਵਾਹਿਗੁਰੂ ਦਿਸਦਾ ਹੈ ਤੇ ਵਾਹਿਗੁਰੂ ਦੀ ਲਈ ਹੋਈ ਸ਼ਕਤੀ ਵਾਹਿਗੁਰੂ ਨੂੰ ਕਿਵੇਂ ਵਿਖਾ ਸਕਦੇ ਹਨ? ਜਿਵੇਂ ਕਿਸੇ ਕੋਲੋਂ ਲਈ ਹੋਵੇ ਵਸਤੂ ਤੇ ਦੁਬਾਰਾ ਉਹ ਮਨੁੱਖ ਉਸ ਨੂੰ ਵਸਤੂ ਵਿਖਾਵੇ ਕਿ ਆ ਵੇਖ ਮੇਰੇ ਕੋਲ ਕਿੰਨੀ ਸੋਹਣੀ ਵਸਤੂ ਹੈ, ਇਹ ਉਸ ਦੀ ਮੂਰਖਤਾ ਹੋਵੇਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਪਰਮੇਸ਼ਰ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਸ਼ਕਤੀ ਵਿਖਾਉਣ ਲੱਗਿਆਂ। ਤੇ ਅੱਜ ਕੱਲ੍ਹ ਕਲਯੁਗ ਦਾ ਭਿਆਨਕ ਸਮਾਂ, ਸ਼ਕਤੀ ਤੋਂ ਬਗੈਰ ਹੀ ਅਸੀਂ ਪਖੰਡੀਆਂ ਨੂੰ ਗੁਰੂ ਮੰਨੀ ਜਾਂਦੇ ਆ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਵਿੱਚ ਰਿੱਧੀਆਂ ਸਿੱਧੀਆਂ ਨੇ, ਸ਼ਕਤੀਆਂ ਹਨ, ਉਹ ਵੀ ਪੂਰਨ ਗੁਰੂ ਨਹੀਂ ਬਣ ਸਕਦੇ, ਕਿਉਂਕਿ ਰਿੱਧੀਆਂ ਸਿੱਧੀਆਂ ਵਿਖਾਉਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਖੰਡੀ ਹੈ। ਗਰੀਬ ਨਵਾਜ਼ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਆਪਣੀ ਜਾਨ ਬਚਾਉਣ ਵਾਸਤੇ ਕਦੇ ਵੀ ਕਰਾਮਾਤ ਨਹੀਂ ਵਿਖਾਵਾਂਗੇ, ਇਹ ਖੋਟੇ ਕੰਮ ਹਨ। ਦੋਹਰਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਦਾ ਠੀਕਰਾ ਜਿਹੜਾ ਸੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਤੋੜ ਕਰਕੇ ਪ੍ਰਭੂ ਦੀ ਪੁਰੀ ਨੂੰ, ਸੱਚਖੰਡ ਨੂੰ ਪਿਆਨਾ ਕੀਤਾ। ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਕਾਰਜ ਕਿਸੇ ਨੇ ਵੀ ਧਰਤੀ ਤੇ ਆਣ ਕਰਕੇ ਕਿਸੇ ਪੀਰ ਪੈਗੰਬਰ ਨੇ ਨਹੀਂ ਕੀਤਾ। ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਨਾਮੀ ਜੋਤ ਨੇ ਐਸਾ ਕਾਰਜ ਕੀਤਾ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਦੋਂ ਪਿਤਾ ਸਤਿਗੁਰੂ ਦੀ ਸ਼ਹੀਦੀ ਹੋਈ, ਜਗਤ ਦੇ ਵਿੱਚ ਇੰਨਾ ਸੋਕ ਫੈਲ ਗਿਆ ਕਿ ਮਾਤਮ ਛਾ ਗਿਆ ਤੇ ਸਮੇਂ ਸਾਰੀ ਸ੍ਰਿਸ਼ਟੀ ਦੇ ਵਿੱਚ ਹੈ ਸਭ ਜਗ ਪਇਓ ਜੈ 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 ਸੁਰ ਲੋਕ। 3 ਵਾਰ ਸਤਿਗੁਰੂ ਜੀ ਨੇ ਹੈ ਸ਼ਬਦ ਵਰਤਿਆ ਹੈ। 3 ਵਾਰ ਜੇ ਸ਼ਬਦ ਨੂੰ ਵਰਤਿਆ ਜਾਵੇ ਉਹ ਗੱਲ ਨਿਸ਼ਚੈ ਵਾਚਕ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਜਦੋਂ ਪਿਤਾ ਸਤਿਗੁਰੂ ਦੀ ਸ਼ਹੀਦੀ ਹੋਈ, ਹੈ ਸਭ ਜਗ ਭਇਓ, ਸਾਰੇ ਜਗਤ ਦੇ ਵਿੱਚ ਹਾਹਾਕਾਰ ਮਚ ਗਈ, ਇੰਨੀ ਜ਼ੋਰ ਦੀ ਹਨੇਰੀ ਚੱਲੀ, ਸੂਰਜ ਜਿਹੜਾ ਸੀ, ਆਕਾਸ਼ ਜਿਹੜਾ ਸੀ ਸੂਰਜ ਦੇ ਨਾਲ ਲਾਲ ਹੋ ਗਿਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਣ ਤੋਂ ਸਤਿਗੁਰੂ ਕਲਗੀਧਰ ਸਾਹਿਬ ਕਹਿੰਦੇ ਸੁਰਗ ਲੋਕ ਦੇ ਵਿੱਚ ਦੇਵਤਿਆਂ ਨੇ ਉੱਠ ਕਰਕੇ ਜੈ ਜੈਕਾਰ ਕੀਤੀ ਸਤਿਗੁਰੂ ਦੇ ਨਾਮ ਦੀ। ਚਉਪਈ ਅਬ ਮੈਂ ਆਪਣੀ ਕਥਾ ਬਖਾਨੋ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਜਦੋਂ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉੱਥੇ ਆਏ ਨੇ ਕਿ ਸਾਡੇ ਤੱਕ ਇਹ ਗੁਰਤਾ ਦੀ ਜੋਤ ਕਿਵੇਂ ਪਹੁੰਚੀ ਤੇ ਕਿਵੇਂ ਇਹ ਸੀਨੇ ਬਸੀਨੇ ਇਹ ਚਾਲ ਚੱਲੀ। ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪਣੀ ਮੁੱਢ ਤੋਂ ਜਿਹੜੀ ਕਥਾ ਹੈ ਉਹ ਪ੍ਰਾਰੰਭ ਕਰਦੇ ਨੇ। ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਅਸੀਂ ਆਪਣੀ ਕਥਾ ਦੱਸਣ ਲੱਗੇ ਹਾਂ। ਸਾਧ ਸੰਗਤ
ਕੋਈ ਐਸਾ ਪੀਰ ਪੈਗੰਬਰ ਨਹੀਂ ਹੋਇਆ ਜਿਸ ਨੇ ਆਪਣੀ ਕਥਾ ਆਪ ਕਥਨ ਕੀਤੀ ਹੋਵੇ। ਕੇਵਲ ਤੇ ਕੇਵਲ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਕਥਾ ਆਪ ਦੱਸਣ ਲੱਗੇ। ਤਪ ਸਾਧਤ ਜਿਹ ਬਿਦ ਮੋਹਿ ਆਨੋ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਤਪੱਸਿਆ ਸਾਧਦਿਆਂ ਹੋਇਆਂ ਜਿਸ ਵਿਧੀ ਦੇ ਨਾਲ ਸਾਨੂੰ ਇਸ ਧਰਤੀ ਤੇ ਆਨੋਂ ਆਉਣਾ ਕੀਤਾ, ਲਿਆਉਣਾ ਕੀਤਾ। ਹੇਮਕੁੰਟ ਪਰਬਤ ਹੈ ਜਹਾਂ। ਮਹਾਰਾਜ ਕਹਿੰਦੇ ਜਿੱਥੇ ਹੇਮਕੁੰਟ ਸਾਹਿਬ ਦਾ ਪਰਬਤ ਹੈ, ਸਬਤ ਸਰੰਗ ਸੋਬਤ ਹੈ ਤਹਾਂ। ਉੱਥੇ ਉਸ ਪਰਬਤ ਦੇ ਆਲੇ ਦੁਆਲੇ 7 ਚੋਟੀਆਂ ਜਿਹੜੀਆਂ ਹਨ ਸੋਭ ਰਹੀਆਂ ਹਨ। ਸਬਤ ਸਰੰਗ ਤਿਹ ਨਾਮ ਕਹਾਵਾ। ਮਹਾਰਾਜ ਕਹਿੰਦੇ ਉਸ ਪਰਬਤ ਦਾ ਨਾਮ ਸਪਤ ਸ੍ਰਿੰਗ ਪਰਬਤ ਜਿਹੜਾ ਸੀ ਕਿਹਾ ਜਾਂਦਾ ਹੈ। ਪੰਡ ਰਾਜ ਜਿਹ ਜੋਗ ਕਮਾਵਾ। ਕਿਸੇ ਸਮੇਂ ਪਾਂਡੂ ਰਾਜਿਆਂ ਨੇ ਵੀ ਉੱਥੇ ਯੋਗ ਸਾਧਨਾ ਕੀਤੀ ਸੀ ਪਰ ਕਾਮਯਾਬ ਨਹੀਂ ਸੀ ਹੋ ਸਕੇ। ਬਰਫ਼ ਦੇ ਵਿੱਚ ਗਲ ਗਏ ਸਨ ਤੇ ਪ੍ਰਲੋਕ ਨੂੰ ਗਏ ਸਨ। ਮਹਾਰਾਜ ਕਹਿੰਦੇ ਪਾਂਡੂ ਰਾਜਿਆਂ ਨੇ ਵੀ ਕਦੇ ਉੱਥੇ ਤਪੱਸਿਆ ਕੀਤੀ। ਇਹ 7 ਚੋਟੀਆਂ ਦੇ ਦਰਸ਼ਨ ਦਾਸ ਨੇ ਆਪ ਕੀਤੇ ਨੇ। ਦਮਦਮੀ ਟਕਸਾਲ ਦੇ ਸਿੰਘ ਬਾਬਾ ਸ਼ੇਰ ਸਿੰਘ ਜੀ ਇਹਨਾਂ 7 ਚੋਟੀਆਂ ਦੇ ਉੱਤੇ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਜਿਹੜੀ ਆ ਆਏ ਸਾਲ ਰੋਜ਼ਾਨਾ ਨਿਯਮ ਦੇ ਨਾਲ ਕਰਦੇ ਹਨ। ਹਮ ਅਦਿਕ ਤਪੱਸਿਆ ਸਾਧੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਹੇਮਕੁੰਟ ਦੇ ਪਰਬਤ ਦੇ ਉੱਤੇ ਅਸੀਂ ਅਦਿਕ ਬਹੁਤ ਜ਼ਿਆਦਾ ਤਪੱਸਿਆ ਜਿਹੜੀ ਸੀ ਸਾਧਨਾ ਕੀਤੀ। ਮਹਾਕਾਲ ਕਾਲ ਕਾ ਆਰਾਧੀ। ਮਹਾਕਾਲ ਜੋ ਪਰਮੇਸ਼ਰ ਵਾਹਿਗੁਰੂ ਸਾਰਿਆਂ ਦਾ ਕਾਲ ਕਰ ਦੇਣ ਵਾਲਾ ਹੈ। ਕਾਲ ਜਿਹੜਾ ਕਾਲ ਦਾ ਵੀ ਕਾਲ ਹੈ। ਕਈ ਇੱਥੇ ਕਹਿੰਦੇ ਜੀ ਕਾਲਕਾ ਦੇਵੀ ਦੀ ਆਰਾਧਨਾ ਕੀਤੀ। ਮਨਮੁਖ ਲੋਕ ਇਉਂ ਵੀ ਅਰਥ ਕਰਦੇ ਨੇ, ਪਰ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਕੌਣ ਹੈ? ਸਮੇਂ ਦਾ ਵੀ ਅੰਤ ਕਰ ਦੇਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਜਿਹੜੀ ਅਸੀਂ ਆਰਾਧਨਾ ਕੀਤੀ, ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ, ਐਸੇ ਸਰੂਪ ਦੀ ਅਸੀਂ ਆਰਾਧਨਾ ਕਰਨਾ ਕੀਤੀ। ਇਹ ਬਿਦ ਕਰਤ ਤਪੱਸਿਆ ਭਇਓ। ਮਹਾਰਾਜ ਕਹਿੰਦੇ ਤਪੱਸਿਆ ਕਰਦਿਆਂ ਕਰਦਿਆਂ ਐਸੀ ਅਵਸਥਾ ਜਿਹੜੀ ਬਣ ਗਈ। ਦੁਐ ਤੇ ਏਕ ਰੂਪ ਹੋਇ ਗਇਓ। ਦੋਹਾਂ ਰੂਪਾਂ ਤੋਂ ਅਸੀਂ ਇੱਕ ਸਰੂਪ ਹੋ ਗਏ ਤੇ ਸਮੇਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਸੀਂ ਅਭੇਦ ਹੋ ਗਏ। ਤਾਤ ਮਾਤ ਮੁਰ ਅਲਖ ਅਰਾਧਾ। ਇਧਰੋਂ ਮਹਾਰਾਜ ਸੱਚੇ ਪਾਤਸ਼ਾਹ ਧਰਤੀ ਦੀ ਹਾਲਤ ਬਿਆਨ ਕਰਦੇ ਨੇ ਕਿ ਸਾਡੇ ਅਵਤਾਰ ਧਾਰਨ ਦਾ ਕਾਰਨ ਕਿਵੇਂ ਬਣਿਆ। ਮਹਾਰਾਜ ਕਹਿੰਦੇ ਤਾਤ ਮਾਤ ਮੁਰ ਅਲਖ ਅਰਾਧਾ। ਸਾਡੇ ਤਾਤ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਅਲਖ ਨਾ ਲਖੇ ਜਾਣ ਵਾਲੇ ਉਸ ਵਾਹਿਗੁਰੂ ਦੀ ਬਹੁਤ ਆਰਾਧਨਾ ਕੀਤੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ 26 ਸਾਲ ਲਗਾਤਾਰ ਅਤੇ ਕਿੰਨੇ ਕੁ ਮਹੀਨੇ ਉਸ ਭੋਰਾ ਸਾਹਿਬ ਦੇ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਰਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕੀਤੀ, ਤਪੱਸਿਆ ਕੀਤੀ। ਬਹੁ ਵਿਦ ਜੋਗ ਸਾਧਨਾ ਸਾਧਾ। ਤੇ ਬਹੁਤ ਵਿਧੀਆਂ ਦੇ ਨਾਲ ਯੋਗ ਸਾਧਨਾ ਨੂੰ ਸਾਧਨਾ ਕੀਤਾ। ਮਾਤਾ ਗੁਜਰ ਕੌਰ ਜੀ ਯੋਗਾ ਅਭਿਆਸੀ ਸਨ। ਜਿਹੜੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਦੇ ਵਿੱਚ ਕੰਧ ਦੇ ਨਾਲ ਸਿਰ ਮਾਰ ਕਰਕੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਿਆ ਸੀ। ਨਹੀਂ, ਮਾਤਾ ਗੁਜਰ ਕੌਰ ਜੀ ਨੇ ਬ੍ਰਹਮਰੰਦਰ ਨਾੜੀ ਨੂੰ ਤੋੜ ਕਰਕੇ ਆਪਣਾ ਪੰਜ ਭੂਤਕ ਸਰੀਰ ਤਿਆਗਿਆ ਸੀ। ਕਿਉਂਕਿ ਜਦੋਂ ਬ੍ਰਹਮਰੰਦਰ ਨਾੜੀ ਸਿਰ ਦੇ ਵਿੱਚੋਂ ਤੋੜੀ ਜਾਂਦੀ ਹੈ ਤੇ ਥੋੜਾ ਜਿਹਾ ਖੂਨ ਸਿਰ ਦੇ ਵਿੱਚੋਂ ਨਿਕਲ ਆਉਂਦਾ ਹੈ। ਜਦੋਂ ਇਸ ਪ੍ਰਕਾਰ ਆਪਣੇ ਸਵਾਸਾਂ ਨੂੰ ਤੋੜਿਆ ਜਾਵੇ ਤੇ ਖੂਨ ਜਿਹੜਾ ਸਵਾਇਆ ਕਿ ਸਿਰ ਦੇ ਵਿੱਚੋਂ ਨਿਕਲਦਾ 10ਵੇਂ ਦੁਆਰ ਦੇ ਵਿੱਚੋਂ, ਤੇ ਮਾਤਾ ਸਾਹਿਬ ਦੇ ਸਿਰ ਦੇ ਵਿੱਚ ਖੂਨ ਹੋਣ ਕਰਕੇ ਜਿਵੇਂ ਇਤਿਹਾਸਕਾਰਾਂ ਨੇ ਇਹ ਕਿਆਸਾ ਲਾਇਆ ਕਿ ਮਾਤਾ ਜੀ ਨੇ ਸ਼ਾਇਦ ਕੰਧ ਦੇ ਨਾਲ ਸਿਰ ਮਾਰ ਕਰਕੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਿਆ। ਨਹੀਂ, ਮਾਤਾ ਜੀ ਯੋਗਾ ਅਭਿਆਸੀ ਸਨ। 10ਵੇਂ ਦੁਆਰ ਦੇ ਵਿੱਚ ਆਪਣੇ ਸਵਾਸ ਚੜਾਰ ਕਰਕੇ ਤੇ ਬ੍ਰਹਮਰੰਦਰ ਨਾੜੀ ਨੂੰ ਤੋੜ ਕਰਕੇ ਮਾਤਾ ਜੀ ਨੇ ਸਰੀਰ ਛੱਡਿਆ ਸੀ, ਜਿਸ ਦੀ ਅਗਵਾਈ ਜਿਹੜੀ ਗੁਰੂ ਕਲਗੀਧਰ ਸਾਹਿਬ ਨੇ ਦਿੱਤੀ ਹੈ ਕਿ ਬਹੁਵਿਧ ਯੋਗ ਸਾਧਨਾ ਸਾਧਾ। ਮਾਤਾ ਗੁਜਰ ਕੌਰ ਜੀ ਬਹੁਤ ਯੋਗ ਸਾਧਨਾ ਕਰਦੇ ਸਨ ਤੇ ਤਪੱਸਿਆ ਕਰਦੇ ਸਨ ਤੇ ਹਿਰਦੇ ਦੇ ਵਿੱਚ ਇੱਛਾ ਇਹੋ ਸੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਤਿਗੁਰੂ ਦੱਸਦੇ ਹਨ, ਤਿਨ ਜੋ ਕਰੀ ਅਲਖ ਕੀ ਸੇਵਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਇੰਨੀ ਸੇਵਾ ਕੀਤੀ, ਇੰਨੀ ਆਰਾਧਨਾ ਕੀਤੀ ਸਾਡੇ ਮਾਤਾ ਪਿਤਾ ਜੀ ਨੇ, ਤਾਤੇ ਭਏ ਪ੍ਰਸੰਨ ਗੁਰਦੇਵਾ। ਅਕਾਲ ਪੁਰਖ ਵਾਹਿਗੁਰੂ ਗੁਰਦੇਵ ਸਰੂਪ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਗਏ ਸਾਡੇ ਪਿਤਾ ਜੀ ਦੀ ਤਪੱਸਿਆ ਤੇ ਮਾਤਾ ਜੀ ਦੀ ਸਾਧਨਾ ਵੇਖ ਕਰਕੇ। ਤਿਨ ਪ੍ਰਭ ਜਬ ਆਏ ਸਮੋਹਿ ਦੀਆ। ਤੇ ਸਮੇਂ ਮਾਤਾ ਪਿਤਾ ਜੀ ਨੇ ਅਰਦਾਸ ਕੀ ਕੀਤੀ? ਸਤਿਗੁਰੂ ਕਲਗੀਧਰ ਸਾਹਿਬ ਦੱਸ ਰਹੇ ਨੇ ਕਿ ਸਾਡੇ ਸਤਿਕਾਰਯੋਗ ਪਿਤਾ ਜੀ ਨੇ ਅਰਦਾਸ ਕੀਤੀ ਸੀ, ਅਕਾਲ ਪੁਰਖ ਵਾਹਿਗੁਰੂ
ਆਪ ਜੀ ਵਰਗਾ ਤੇਜਸਵੀ ਪੁੱਤਰ ਜਿਹੜਾ ਮੇਰੇ ਘਰ ਦੇ ਵਿੱਚ ਪੈਦਾ ਹੋਵੇ, ਜਨਮ ਲਵੇ, ਅਵਤਾਰ ਧਾਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਉਂ ਅਰਦਾਸ ਕੀਤੀ ਸਾਡੇ ਸਤਿਕਾਰਯੋਗ ਪਿਤਾ ਜੀ ਨੇ, ਤੇ ਇਸ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਤਿੰਨ ਪ੍ਰਭ ਜਬ ਆਇਸ ਮੋਹਿ ਦੀਆ, ਤਦੋਂ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸਾਨੂੰ ਆਣ ਕਰਕੇ ਆਇਸ ਆਗਿਆ ਦਿੱਤੀ, ਹੁਕਮ ਦਿੱਤਾ, ਫਿਰ ਤਬ ਹਮ ਜਨਮ ਕਲੂ ਮਹਿ ਲੀਆ। ਤਦੋਂ ਅਸੀਂ ਕਲਯੁਗ ਦੇ ਵਿੱਚ ਆਣ ਕਰਕੇ ਅਵਤਾਰ ਧਾਰਿਆ। ਇਹ ਸਾਡੇ ਅਵਤਾਰ ਧਾਰਨ ਦਾ ਕਾਰਨ ਹੈ, ਤੇ ਸਤਿਗੁਰੂ ਅੱਗੇ ਦੱਸਣਗੇ ਕਿ ਅਸੀਂ ਆਏ ਕੀ ਕਰਨ ਹਾਂ। ਚੇਤਨਾ ਭਇਓ ਹਮਰੋ ਆਵਨ ਕਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੀ ਕਲਮ ਦੇ ਨਾਲ ਫਰਮਾਨ ਕਰਦੇ ਨੇ ਕਿ ਸਾਡਾ ਚਿੱਤ ਨਹੀਂ ਸੀ ਕਰਦਾ ਇਸ ਧਰਤੀ ਤੇ ਆਉਣ ਨੂੰ। ਚੁਬੀ ਰਹੀ ਸਰੁੱਤ ਪ੍ਰਭ ਚਰਨਨ ਮਹਿ। ਕਿਉਂਕਿ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇੰਨਾ ਆਨੰਦ ਤੇ ਸੁੱਖ ਸੀ, ਸਾਡੀ ਜਿਹੜੀ ਸੁਰਤ ਸੀ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਵਿੱਚ ਮਿਲੀ ਹੋਈ ਸੀ। ਜਿਉ ਤਿਉ ਪ੍ਰਭ ਹਮਕੋ ਸਮਝਾਇਓ। ਤੇ ਫਿਰ ਜਿਵੇਂ ਕਿਵੇਂ ਵਾਹਿਗੁਰੂ ਨੇ ਸਾਨੂੰ ਸਮਝਾਉਣਾ ਕੀਤਾ, ਜਿਹੜਾ ਜਿਹੜਾ ਉਪਦੇਸ਼ ਦਿੱਤਾ। ਹਿਮ ਕਹਿ ਕੈ ਇਹ ਲੋਕ ਪਠਾਇਓ। ਇਹ ਗੱਲਾਂ ਕਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਲੋਕ ਦੇ ਵਿੱਚ, ਮਾਤ ਲੋਕ ਦੇ ਵਿੱਚ, ਧਰਤੀ ਤੇ ਉੱਤੇ ਭੇਜਿਆ। ਉਹ ਕਿਹੜੀਆਂ ਗੱਲਾਂ ਕਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ, ਸਤਿਗੁਰੂ ਅੱਗੇ ਦੱਸਦੇ ਹਨ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚੌਪਈ। ਸਤਿਗੁਰੂ ਚੌਪਈ ਉਚਾਰਨ ਕਰਕੇ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਇਸ ਕੀੜੇ ਦੇ ਪ੍ਰਤੀ ਜੋ ਹੁਕਮ ਕੀਤਾ, ਸਤਿਗੁਰੂ ਦੀ ਕਿੰਨੀ ਨਿਮਰਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਆਪ ਨੂੰ ਹਰ ਥਾਂ ਦੇ ਉੱਤੇ ਕੀਟ ਕਹਿ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਪਣੀ ਕਲਮ ਦੇ ਨਾਲ ਲਿਖਿਆ ਏ। ਇਹ ਸਤਿਗੁਰੂ ਦੀ ਨਿਮਰਤਾ ਹੈ। ਕੋਈ ਵੀ ਪੀਰ ਪੈਗੰਬਰ ਆਪਣੇ ਆਪ ਨੂੰ ਇੰਨੀ ਨਿਮਰਤਾ ਦੇ ਵਚਨ ਨਹੀਂ ਲਿਖ ਸਕਿਆ। ਕੇਵਲ ਤੇ ਕੇਵਲ ਇਹ ਗੁਰੂ ਨਾਨਕ ਸਾਹਿਬ ਦੀ ਜੋਤ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਬੱਪੜਾ ਵਿਚਾਰਾ ਕਿਹਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਕੀਟ ਕਹਿ ਕਰਕੇ ਸਤਿਗੁਰੂ ਸੰਬੋਧਨ ਕਰ ਰਹੇ ਨੇ ਕਿ ਸਾਡੇ ਕੀੜੇ ਦੇ ਤਾਈ ਅਕਾਲ ਪੁਰਖ ਵਾਹਿਗੁਰੂ ਨੇ ਇਹ ਹੁਕਮ ਕੀਤਾ। ਜਬ ਪਹਿਲੇ ਹਮ ਸ੍ਰਿਸ਼ਟ ਬਨਾਈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਕੀ ਕਿਹਾ ਗੁਰੂ ਕਲਗੀਧਰ ਸਾਹਿਬ ਨੂੰ? ਇਹ ਸਤਿਗੁਰੂ ਦੱਸ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ, ਜਦੋਂ ਸਭ ਤੋਂ ਪਹਿਲਾਂ ਅਸੀਂ ਸ੍ਰਿਸ਼ਟੀ ਰਚੀ ਬ੍ਰਹਮਾ ਦੁਆਰਾ। ਦੈਤ ਰਚੇ ਦੁਸ਼ਟ ਦੁਖਦਾਈ। ਤੇ ਜਿਹੜੇ ਦੈਂਤ ਸਨ ਉਹਨਾਂ ਦੀ ਰਚਨਾ ਕੀਤੀ, ਜਿਹੜੇ ਨੇ ਬਹੁਤ ਜ਼ਿਆਦਾ ਜਾ ਕਰਕੇ ਦੁਖਦਾਈ ਉਸ ਧਰਤੀ ਦੇ ਉੱਤੇ ਹੋ ਗਏ। ਤੇ ਭੁਜ ਬਲ ਬਵਰੇ ਹੋਇ ਗਏ। ਜਿਹੜੇ ਦੈਂਤ ਸਨ ਆਪਣੀਆਂ ਬਾਹਾਂ ਦੇ ਬਲ ਦੇ ਵਿੱਚ ਬੌਰੇ ਹੋ ਗਏ, ਕਮਲੇ ਹੋ ਗਏ। ਪੂਜਿਤ ਪਰਮ ਪੁਰਖ ਰਹਿ ਗਏ। ਤੇ ਪਰਮੇਸ਼ਰ ਵਾਹਿਗੁਰੂ ਦੀ ਪੂਜਾ ਕਰਨ ਤੋਂ ਵਾਂਝੇ ਰਹਿ ਗਏ, ਪਰਮੇਸ਼ਰ ਵਾਹਿਗੁਰੂ ਦੀ ਪੂਜਾ ਵੱਲ ਨਹੀਂ ਲੱਗੇ। ਤੇ ਹਮ ਤਮਕ ਤਨਕ ਮੋਹ ਖਾਪੇ। ਅਕਾਲ ਪੁਰਖ ਵਾਹਿਗੁਰੂ ਜੀ ਕਹਿਣ ਲੱਗੇ ਕਿ ਅਸੀਂ ਵੀਰ ਰਸ ਧਾਰ ਕਰਕੇ ਤਨਕ ਥੋੜੇ ਛਿਨ ਮਾਤਰ ਸਮੇਂ ਦੇ ਵਿੱਚ ਹੀ ਦੈਂਤ ਜਿਹੜੇ ਸਨ ਨਾਸ਼ ਕਰ ਦਿੱਤੇ। ਤਿਨ ਕੀ ਠੌਰ ਦੇਵਤਾ ਥਾਪੇ। ਤੇ ਦੈਂਤਾਂ ਦੀ ਥਾਂ ਦੇ ਉੱਤੇ ਫਿਰ ਅਸੀਂ ਦੇਵਤੇ ਥਾਪਣਾ ਕੀਤੇ ਕਿ ਜੇ ਦੈਂਤਾਂ ਨੇ ਜਾ ਕਰਕੇ ਧਰਤੀ ਤੇ ਨਾਮ ਨਹੀਂ ਜਪਾਇਆ ਤੇ ਚਲੋ ਦੇਵਤੇ ਜਿਹੜੇ ਆ ਉਹ ਸਾਜਦੇ ਆ, ਦੇਵਤੇ ਨਾਮ ਜਪਾਉਣਗੇ। ਤੇ ਪੀ ਬਲ ਪੂਜਾ ਉਰਜਾਏ। ਉਹ ਦੇਵਤਿਆਂ ਨੇ ਵੀ ਆਣ ਕਰਕੇ ਆਪਣੇ ਬਲ ਦੇ ਨਾਲ ਸੰਸਾਰ ਦੇ ਲੋਕਾਂ ਨੂੰ ਆਪਣੀ ਹੀ ਪੂਜਾ ਦੇ ਵਿੱਚ ਉਰਝਾ ਲਿਆ, ਫਸਾ ਲਿਆ। ਆਪਨ ਹੀ ਪਰਮੇਸ਼ਰ ਕਹਾਏ। ਆਪਣੇ ਆਪ ਨੂੰ ਹੀ ਪਰਮੇਸ਼ਰ ਕਹਾਉਣ ਲੱਗ ਪਏ ਕਿ ਅਸੀਂ ਹੀ ਪਰਮੇਸ਼ਰ ਦਾ ਸਰੂਪ ਹਾਂ। ਮਹਾਦੇਵ ਅਚੁੱਤ ਕਹਿਵਾਇਓ। ਮਹਾਦੇਵ ਸ਼ਿਵ ਜੀ ਨੇ ਆਪਣੇ ਆਪ ਨੂੰ ਹੀ ਅਚੁੱਤ ਅਗੜ ਪਰਮੇਸ਼ਰ ਅਖਵਾਉਣਾ ਕੀਤਾ ਕਿ ਮੈਂ ਹੀ ਪਰਮੇਸ਼ਰ ਹਾਂ। ਵਿਸ਼ਨ ਆਪ ਹੀ ਕੋ ਠਹਿਰਾਇਓ। ਤੇ ਵਿਸ਼ਨੂੰ ਨੇ ਆਪਣੇ ਆਪ ਨੂੰ ਹੀ ਵਿਸ਼ਨ ਪਰਮੇਸ਼ਰ ਕਹਾਉਣਾ ਕੀਤਾ ਕਿ ਮੇਰੇ ਤੋਂ ਪਰਾਂ ਕੁਝ ਨਹੀਂ ਹੈ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ। ਤੇ ਬ੍ਰਹਮਾ ਜੀ ਜਿਨ੍ਹਾਂ ਦੇ ਕੋਲ ਕੇਵਲ ਸ੍ਰਿਸ਼ਟੀ ਰਚਣ ਦੀ ਸ਼ਕਤੀ ਹੈ ਤੇ ਕੇਵਲ ਸ੍ਰਿਸ਼ਟੀ ਰਚਣ ਦੀ ਡਿਊਟੀ ਲੱਗੀ ਹੋਈ ਹੈ, ਬ੍ਰਹਮਾ ਜੀ ਨੇ ਆਪਣੇ ਆਪ ਨੂੰ ਹੀ ਪਾਰ ਬ੍ਰਹਮ ਦਾ ਸਰੂਪ ਕਹਿਣਾ ਕੀਤਾ। ਬ੍ਰਹਮਾ ਜੀ ਦਾ ਜਨਮ ਕਵਲ ਫੁੱਲ ਤੋਂ ਮੰਨਿਆ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਫਰਮਾਨ ਹੈ ਕਿ ਜਦੋਂ ਬ੍ਰਹਮਾ ਜੀ ਦਾ ਜਨਮ ਕਵਲ ਫੁੱਲ ਤੋਂ ਹੋਇਆ, ਹੰਕਾਰ ਹੋ ਗਿਆ ਕਿ ਮੈਂ ਹਾਂ ਜਾਂ ਕਮਲ ਫੁੱਲ ਹੈ, ਹੋਰ ਤੇ ਕੁਝ ਦਿਖਾਈ ਨਹੀਂ ਦਿੰਦਾ, ਮੈਂ ਹੀ ਪਰਮੇਸ਼ਰ ਹਾਂ। ਤੇ ਇਸ ਸਮੇਂ ਆਕਾਸ਼ਵਾਣੀ ਹੋਈ, ਬ੍ਰਹਮਾ ਹੰਕਾਰ ਨਾ ਕਰ, ਤੇਰਾ ਜਨਮ ਇਸ ਕਮਲ ਫੁੱਲ ਤੋਂ ਹੋਇਆ ਏ। ਤੇ ਇਸ ਸਮੇਂ ਗੁੱਸੇ ਵਿੱਚ ਆਣ ਕਰਕੇ ਕਮਲ ਫੁੱਲ ਨੂੰ ਲੱਤ ਮਾਰੀ ਸੀ ਤੇ 36 ਯੁੱਗ ਕਮਲ ਫੁੱਲ ਦੀ ਨਲਕੀ ਦੇ ਵਿੱਚ ਉਲਟੇ ਹੋ ਕਰਕੇ, ਟੇਢੇ ਹੋ ਕਰਕੇ ਬਾਜੀਆਂ ਖਾਂਦਿਆਂ ਹੋਇਆਂ ਉਸ ਨਲਕੀ ਦੇ ਵਿੱਚ 36 ਯੁੱਗ ਡਿੱਗਣਾ ਪਿਆ ਸੀ। ਤੇ ਅਰਦਾਸਾਂ ਕੀਤੀਆਂ ਸੀ
ਪਰਮੇਸ਼ਰ ਦੇ ਅੱਗੇ। ਸਤਿਗੁਰੂ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ 36 ਯੁੱਗ ਕੀਓ ਗੁਬਾਰਾ। 36 ਯੁੱਗ ਗੁਬਾਰ ਰਿਹਾ ਸੀ ਤੇ 36 ਯੁੱਗ ਫਿਰ ਉੱਪਰ ਆਉਣ ਵਾਸਤੇ ਲੱਗੇ ਸਨ ਬ੍ਰਹਮਾ ਜੀ ਨੂੰ। ਹੰਕਾਰ ਨਾਸ ਹੋਇਆ ਤੇ ਫਿਰ ਸ੍ਰਿਸ਼ਟੀ ਰਚਣ ਦੀ ਸ਼ਕਤੀ ਪ੍ਰਾਪਤ ਹੋਈ ਸੀ। ਇਸ ਪ੍ਰਕਾਰ ਬ੍ਰਹਮਾ ਜੀ ਨੇ ਵੀ ਸੰਸਾਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਨਾਮ ਵੱਲ ਨਹੀਂ ਜੋੜਿਆ, ਆਪਣੇ ਆਪ ਨੂੰ ਹੀ ਬ੍ਰਹਮ ਵਿਆਪਕ ਸਰੂਪ ਦੱਸਿਆ। ਪ੍ਰਭ ਕੋ ਪ੍ਰਭੂ ਨ ਕਿਨਹੂ ਜਾਨਾ। ਪ੍ਰਭੂ ਨੂੰ, ਪਰਮੇਸ਼ਰ ਨੂੰ ਕਿਸੇ ਨੇ ਵੀ ਇਹਨਾਂ ਨੇ ਆਣ ਕਰਕੇ ਜਾਣਨਾ ਨਹੀਂ ਕੀਤਾ ਤੇ ਨਾ ਹੀ ਸੰਸਾਰ ਦੇ ਜੀਵਾਂ ਨੂੰ ਜਣਾਇਆ। ਤਬ ਸਾਖੀ ਪ੍ਰਭ ਅਸ਼ਟ ਬਨਾਏ। ਤਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ 8 ਜਿਹੜੇ ਸਾਖੀ ਸਨ ਉਹ ਬਣਾਉਣਾ ਕੀਤੇ। ਉਹ ਸਾਖੀ ਕਿਹੜੇ ਨੇ? ਸਾਖੀ ਦਾ ਅਰਥ ਹੁੰਦਾ ਗਵਾਹੀ ਦੇਣ ਵਾਲੇ, ਪਰਮੇਸ਼ਰ ਦੀ ਗਵਾਹੀ ਦੇਣ ਵਾਲੇ। 8 ਜਿਹੜੀਆਂ ਚੀਜ਼ਾਂ ਨੇ ਜਿਵੇਂ ਹਵਾ, ਆਕਾਸ਼, ਚੰਦਰਮਾ, ਸੂਰਜ, ਇਹ 8 ਜਿਹੜੇ ਸਨ ਸਾਖੀ ਜਿਹੜੇ ਵਾਹਿਗੁਰੂ ਨੇ ਪ੍ਰਗਟ ਕਰਨਾ ਕੀਤੇ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਪੰਡਤ ਨੂੰ ਕਿਹਾ ਹੈ, ਪੰਡਤ ਕਹਿੰਦਾ ਪਰਮੇਸ਼ਰ ਨਹੀਂ ਹੈ, ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਓਏ ਜੋ ਦੀਸਾ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ, ਕਹੋ ਰੇ ਪੰਡਤ ਅੰਬਰ ਕਾਸਿਓਂ ਲਾਗਾ, ਬੂਝੈ ਬੂਝਨ ਹਾਰ ਸੁਭਾਗਾ। ਭਗਤ ਕਬੀਰ ਸਾਹਿਬ ਪੰਡਤ ਨੂੰ ਕਹਿੰਦੇ ਨੇ ਪੰਡਤ ਜੀ ਤੁਸੀਂ ਪਰਮੇਸ਼ਰ ਨੂੰ ਨਹੀਂ ਮੰਨਦੇ, ਭਗਵਾਨ ਦੀ ਸ਼ਕਤੀ ਤੋਂ ਮੁਨਕਰ ਹੋ, ਦੱਸੋ ਉਹ ਆਕਾਸ਼ ਦੇ ਵਿੱਚ ਜਿਹੜੇ ਤਾਰੇ ਨੇ, ਚੰਦਰਮਾ ਹੈ, ਉਹ ਕਿਸ ਨੇ ਚਿੱਤਰਕਾਰੀ ਕੀਤੀ ਹੈ? ਤੇ ਆਕਾਸ਼ ਜਿਹੜਾ ਥੰਮਾ ਖਲੋਤਾ ਹੈ, ਬਿਨ ਥੰਮਾ ਗਗਨ ਰਹਾਇਆ, ਆਕਾਸ਼ ਕਿਵੇਂ ਖਲੋਤਾ ਹੋਇਆ ਏ? ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਖਲੋਤਾ ਹੋਇਆ ਏ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਬੂਝੈ ਬੂਝਨ ਹਾਰ ਸੁਭਾਗਾ। ਉਹ ਇਸ ਗੱਲ ਨੂੰ ਬੁੱਝ ਸਕਦਾ, ਜਾਣ ਸਕਦਾ ਜਿਹਦੇ ਚੰਗੇ ਭਾਗ ਨੇ, ਜਿਹਨੇ ਨਾਮ ਜਪਿਆ, ਸਿਮਰਨ ਕੀਤਾ ਏ। ਤੇ ਇਹ ਜਿਹੜੀਆਂ ਸਾਖੀ ਦੇਣ ਵਾਸਤੇ, ਗਵਾਹੀ ਦੇਣ ਵਾਸਤੇ ਕਿ ਅਕਾਲ ਪੁਰਖ ਵਾਹਿਗੁਰੂ ਹੈ, ਇਹ 8 ਚੀਜ਼ਾਂ ਵਾਹਿਗੁਰੂ ਨੇ ਪ੍ਰਗਟ ਕੀਤੀਆਂ। ਸਾਖ ਨਿਮਿਤ ਦੇ ਬੇ ਠਹਿਰਾਏ। ਸੋ ਸਾਖੀ ਦੇਣ ਵਾਸਤੇ, ਗਵਾਹੀ ਦੇਣ ਵਾਸਤੇ ਸੰਸਾਰ ਦੇ ਵਿੱਚ ਵਾਹਿਗੁਰੂ ਨੇ ਪ੍ਰਗਟ ਕੀਤਾ। ਤੇ ਕਹਿ ਕਰੋ ਹਮਾਰੀ ਪੂਜਾ। ਤੇ ਇਹਨਾਂ ਨੇ ਕਹਿਣਾ ਕੀਤਾ ਕਿ ਸਾਡੀ ਹੀ ਪੂਜਾ ਕਰੋ। ਦੇਵੀ ਦੇਵਤਿਆਂ ਨੇ ਇਹਨਾਂ ਦੀ ਪੂਜਾ ਦੇ ਵਿੱਚ ਉਰਧਾ ਦਿੱਤਾ ਸੰਸਾਰ ਦੇ ਲੋਕਾਂ ਨੂੰ। ਹਮ ਬਿਨ ਅਵਰ ਨ ਠਾਕੁਰ ਦੂਜਾ। ਕਹਿੰਦੇ ਸਾਡੇ ਤੋਂ ਬਗੈਰ ਹੋਰ ਕੋਈ ਠਾਕੁਰ ਮਾਲਕ ਦੂਜਾ ਨਹੀਂ ਹੈ। ਪਰਮ ਤਤ ਕੋ ਜਿਨ ਨਾ ਪਛਾਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮ ਤਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪਛਾਣਿਆ, ਤਿਨ ਕਰ ਈਸ਼ਰ ਤਿਨ ਕਹਿ ਮਾਨਾ। ਉਹਨਾਂ ਨੇ ਚੰਦਰਮਾ ਨੂੰ ਹੀ ਰੱਬ ਸਮਝ ਲਿਆ, ਉਹਨਾਂ ਨੇ ਸੂਰਜ ਨੂੰ ਹੀ ਰੱਬ ਸਮਝ ਲਿਆ। ਅੱਜ ਵੀ ਜਿਸ ਧਰਮ ਦੇ ਵਿੱਚ ਮਨਮਤ ਦੇ ਅਨੁਸਾਰ ਜਿਵੇਂ ਸੂਰਜ ਨੂੰ ਪਾਣੀ ਦਿੱਤਾ ਜਾਂਦਾ ਹੈ, ਚੰਦਰਮੇ ਦੇ ਗ੍ਰਹਿਣ ਦੇ ਅਨੁਸਾਰ ਜਿਵੇਂ ਕਰਵਾ ਚੌਥ ਰੱਖੇ ਜਾਂਦੇ ਨੇ, ਜਿਵੇਂ ਇਸ ਪ੍ਰਕਾਰ ਕੋਈ ਪਰਹੇਜ ਰੱਖਿਆ ਜਾਂਦਾ ਹੈ ਖਾਣ ਪੀਣ ਤੋਂ, ਜਿਵੇਂ ਵਰਤ ਰੱਖੇ ਜਾਂਦੇ ਹਨ, ਇਹ ਸਭ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮਤਾਂ ਨੇ। ਉਹਨਾਂ ਨੂੰ ਪਰਮੇਸ਼ਰ ਕਰਕੇ ਉਹਨਾਂ ਲੋਕਾਂ ਨੇ ਜਾਣਿਆ ਜਿਨ੍ਹਾਂ ਨੇ ਪਰਮ ਤਤ ਸਿਧਾਂਤ ਵਾਹਿਗੁਰੂ ਨੂੰ ਨਹੀਂ ਸਮਝਿਆ। ਕੀਤੇ ਸੂਰ ਚੰਦ ਕਹਿ ਮੰਨ। ਕਿੰਨੇ ਕੁ ਸੰਸਾਰ ਦੇ ਲੋਕ ਕਹਿੰਦੇ ਕਿ ਚੰਦਰਮਾ ਪਰਮੇਸ਼ਰ ਹੈ, ਤੇ ਕਿੰਨੇ ਕਹਿੰਦੇ ਸੂਰਜ ਦੇ ਵਿੱਚ ਹੀ ਸਾਰੀਆਂ ਸ਼ਕਤੀਆਂ ਹਨ। ਅਗਨ ਹੋਤਰ ਕਈ ਪਵਨ ਪ੍ਰਮਾਨ। ਤੇ ਕਈ ਅਗਨੀ ਨੂੰ ਰੱਬ ਸਮਝਣ ਲੱਗੇ ਤੇ ਕਈ ਪਵਨ ਦੇ ਵਿੱਚ ਪਰਮੇਸ਼ਰ ਸਮਝਣ ਲੱਗੇ। ਕਿਨਹੂ ਪ੍ਰਭ ਪਾਹਨ ਪਹਿਚਾਨਾ। ਤੇ ਕਈਆਂ ਨੇ ਪੱਥਰ ਦੀਆਂ ਮੂਰਤੀਆਂ ਦੇ ਵਿੱਚ ਹੀ ਪਰਮੇਸ਼ਰ ਨੂੰ ਜਾਣਨਾ ਕੀਤਾ ਕਿ ਪੱਥਰਾਂ ਦੇ ਵਿੱਚੋਂ ਹੀ ਪਰਮੇਸ਼ਰ ਮਿਲੇਗਾ। ਨਾਥ ਜਿਤੇ ਨਾਥ ਕਿਤੇ ਜਲ ਕਰਤ ਵਿਧਾਨਾ। ਤੇ ਕਈ ਤੀਰਥਾਂ ਤੇ ਜਾ ਕਰਕੇ ਵਿਧੀਆਂ ਦੇ ਨਾਲ ਜਲ ਦਾ ਇਸ਼ਨਾਨ ਕਰਨ ਲੱਗੇ ਕਿ ਸ਼ਾਇਦ ਤੀਰਥਾਂ ਦੇ ਨਹਾਉਣ ਦੇ ਨਾਲ ਹੀ ਸਾਨੂੰ ਜਿਹੜਾ ਹੈ ਮੁਕਤੀ ਪ੍ਰਾਪਤ ਹੋ ਜਾਵੇਗੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀਐ ਸਹੋਰ। ਇਹੋ ਜੀ ਹਾਲਤ ਹੈ ਜਿਹੜੇ ਕਰਮ ਕਾਂਡ ਕਰਦੇ ਹੋਏ ਵਿਧੀਆਂ ਦੇ ਨਾਲ ਤੀਰਥਾਂ ਤੇ ਜਾ ਕੇ ਸੂਰਜ ਗ੍ਰਹਿਣ ਦੇ ਅਨੁਸਾਰ ਜਲ ਦਾ ਇਸ਼ਨਾਨ ਕਰਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਸਭ ਕਰਮ ਕਾਂਡ ਹਨ। ਕੀਤਕ ਕਰਮ ਕਰਤ ਡਰ ਪਾਨਾ। ਤੇ ਕਿੰਨੇ ਇੱਕ ਡਰਦੇ ਹੀ ਇਹ ਕਰਮ ਕਰਨ ਲੱਗ ਪਏ ਕਿ ਜੇ ਮੈਂ ਸੂਰਜ ਨੂੰ ਪਾਣੀ ਨਾ ਚੜਾਇਆ ਤੇ ਸ਼ਾਇਦ ਪਤਾ ਨਹੀਂ ਮੈਨੂੰ ਕੀ ਹੋਵੇਗਾ। ਇਉਂ ਡਰਦਿਆਂ ਹੋਇਆਂ ਹੀ ਕਈਆਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਕਰਮਾਂ ਕਾਂਡਾਂ ਵਿੱਚ ਫਸ ਗਏ। ਧਰਮ ਰਾਜ ਕੋ ਧਰਮ ਪਛਾਨਾ। ਧਰਮ ਰਾਜੇ ਨੂੰ ਹੀ ਪਰਮੇਸ਼ਰ ਸਮਝਣ ਲੱਗ ਪਏ, ਜਿਸ ਦੀ ਡਿਊਟੀ ਸੋ ਦੁੱਖਾਂ ਸੁੱਖਾਂ ਨੂੰ ਵੰਡਣ ਵਾਸਤੇ ਲੱਗੀ ਹੋਈ ਹੈ, ਪਾਪਾਂ ਤੇ ਪੁੰਨਾਂ ਵਾਸਤੇ ਲੱਗੀ ਹੋਈ ਹੈ ਕਿ ਕਿਹੜਾ ਪਾਪੀ ਜੀਵ ਹੈ ਤੇ ਕਿਹੜਾ ਪੁੰਨੀ ਜੀਵ ਹੈ। ਉਸ ਧਰਮ ਰਾਜੇ ਨੂੰ ਹੀ ਜਿਹੜੇ ਸੰਸਾਰ ਦੇ ਲੋਕ ਸਨ ਪਰਮੇਸ਼ਰ ਸਮਝਣ ਲੱਗ ਪਏ। ਜੇ ਪ੍ਰਭ ਸਾਖ ਨਿਮਿਤ ਠਹਿਰਾਏ। ਜਿਹੜੇ ਵਾਹਿਗੁਰੂ ਨੇ ਇਹ ਗਵਾਹੀ ਦੇਣ ਵਾਸਤੇ ਠਹਿਰਾਏ ਸਨ, ਬਣਾਏ ਸਨ, ਤੇ ਹਿਆਂ ਆਏ ਪ੍ਰਭੂ ਕਹਿਵਾਏ। ਉਹਨਾਂ ਨੇ ਇੱਥੇ ਆਣ ਕਰਕੇ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਾ ਕੀਤਾ। ਤਾਂ ਕੀ ਬਾਤ ਬਿਸਰ ਜਾਤੀ ਭੀ। ਤੇ ਪਰਮੇਸ਼ਰ ਦੀ ਦੱਸੀ ਹੋਈ ਗੱਲ ਜਿਹੜੀ ਸੀ ਇਹਨਾਂ ਦੇਵੀ ਦੇਵਤਿਆਂ ਨੂੰ ਵਿਸਰ ਜਾਂਦੀ ਸੀ। ਆਪਣੀ ਆਪਣੀ ਪਰਤ ਸੋਭ ਭੀ। ਤੇ ਆਪੋ ਆਪਣੀ ਸੋਭਾ ਦੇ ਵਿੱਚ ਸਾਰੇ ਪੈ ਗਏ ਕਿ ਮੈਂ ਵੱਡਾ ਹਾਂ, ਮੈਂ ਵੱਡਾ ਹਾਂ। ਆਪਣੇ ਆਪ ਨੂੰ ਸਾਰਿਆਂ ਨੇ ਵੱਡਾ ਅਖਵਾਉਣਾ ਕੀਤਾ।